ਤੁਹਾਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਸਿੱਖ ਕੌਮ ਦਾ ਨੁਕਸਾਨ ਸਿੱਖ ਆਗੂਆਂ ਨੇ ਕੀਤਾ? ਖਾਸ ਕਰਕੇ ਬਾਦਲ ਪਰਿਵਾਰ 10 ਸਾਲ ਦਾ ਰਾਜ ਤਾਂ ਵਜ਼ੀਰੀਆਂ ਪਰਿਵਾਰ ਲਈ ਲਈਆਂ, ਪਰਿਵਾਰ ਵਾਸਤੇ ਉਹਦੇ ਲਏ ਆ, ਪੰਥ ਤੇ ਪੰਜਾਬ ਦਾ ਸੋਚਿਆ ਨਹੀਂ, ਨੁਕਸਾਨ ਕੀਤਾ। ਮੈਂ ਤਾਂ ਕਈ ਵਾਰ ਕਹਿਣਾ ਹੁੰਦਾ ਅਕਾਲ ਤਖਤ ਸਾਹਿਬ ਢਾਇਆ ਦੁਸ਼ਮਣਾਂ ਨੇ, ਢਵਾਇਆ ਆਪਣਿਆਂ ਨੇ। ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਆਏ ਉਹਨਾਂ ਨੇ ਸਿੱਖਾਂ ਨੂੰ ਮਾਰਿਆ, ਇਹਨਾਂ ਆਗੂਆਂ ਨੇ ਸਿੱਖੀ ਨੂੰ ਮਾਰਿਆ। ਸੁਖਬੀਰ ਸਿੰਘ ਬਾਦਲ ਕਹਿੰਦਾ ਬੰਦੀ ਰਿਹਾ ਹੋਣੇ ਚਾਹੀਦੇ, ਪਰ ਇਹੀ ਸੁਖਬੀਰ ਸਿੰਘ ਬਾਦਲ ਕਹਿੰਦਾ ਰਿਹਾ ਕਿ ਜਥੇਦਾਰ ਹਵਾਰਾ ਕਾਤਲ ਆ, ਕੌਮ ਦੀ ਅਗਵਾਈ ਨਹੀਂ ਕਰ ਸਕਦਾ, ਇਹ ਅੱਤਵਾਦੀ। ਤੁਸੀਂ ਬਗਰਾੜੀ ਮੋਰਚੇ ਦੀ ਗੱਲ ਕੀਤੀ ਹੈ, ਤੁਸੀਂ ਬਹੁਤ ਮੀਡੀਆ ਰਾਹੀਂ ਵੀ ਇਹ ਗੱਲ ਕਹਿੰਦੇ ਹੋ ਕਿ ਬਹੁਤ ਪ੍ਰਾਪਤੀ ਹੈ ਜੀ ਬਗਰਾੜੀ ਮੋਰਚੇ ਦੀ। ਜੇ ਪ੍ਰਾਪਤੀ ਸੀ ਦਾਦੂਵਾਲ ਸਾਹਿਬ ਤਾਂ ਕੀ ਲੋੜ ਕੀ ਪੈ ਗਈ ਹੁਣ ਦੂਰੀਵਾਲ ਜਿਹੜਾ ਬਗਰਾੜੀ ਮੋਰਚਾ ਲੱਗਿਆ ਸੀ? ਸਹੀ ਸਮੇਂ ਤੇ ਜਿਹੜਾ ਸੀ ਸਹੀ ਡਿਸੀਜਨ ਨਹੀਂ ਲਿਆ, ਜਿਹੜਾ ਆਖਰੀ ਸਮੇਂ ਤੁਸੀਂ ਇਹ ਗੱਲ ਮੰਨਦੇ ਹੋ? ਮੈਂ ਤਾਂ ਕਹਿ ਚੁੱਕਾ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਖ ਮਾਸਟਰ ਮਾਈਂਡ ਆ ਉਹ ਰਾਮ ਰਹੀਮ ਆ, ਉਹਦੇ ਡੇਰੇ 'ਚ ਸਾਜ਼ਿਸ਼ ਹੋਈ। ਸੌਦਾ ਸਾਧ ਨੂੰ ਮਾਫੀਨਾਮਾ ਦਵਾਇਆ, ਜਿਹੜੇ ਉਹਨਾਂ ਨੇ ਜਿਹੜਾ ਹੈਗਾ ਪਰਚਾ ਰੱਦ ਕਰਾਇਆ ਸਿੱਖ ਭਾਵਨਾਵਾਂ ਭੜਕਾਉਣ ਦਾ, ਜਿਹੜਾ 2007 'ਚ ਸਵਾਂਗ ਰਚਿਆ ਸੀ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨਾ ਬੜਾ ਜ਼ਰੂਰੀ ਆ, ਨਹੀਂ ਤੇ ਡੇਰੇ ਦਾ ਪ੍ਰਚਾਰ ਰੁਕ ਰਿਹਾ। ਉਹ ਡੇਰੇ ਦੇ ਪ੍ਰਚਾਰ ਨੂੰ ਬੜੀ ਸੱਟ ਮਾਰ ਰਿਹਾ ਧਰਮ ਦਾ ਪ੍ਰਚਾਰ ਕਰਕੇ। ਕਹਿੰਦੇ ਤੁਸੀਂ ਬੀਜੇਪੀ ਦੇ ਬਾਬੂ ਸੂਰਤ ਸਿੰਘ ਵੇਲੇ ਵੀ ਇਹ ਤਾਂ ਐਵੇਂ ਜਾਣ ਬੁੱਝ ਕੇ ਵਿਰੋਧ ਹੁੰਦਾ, ਅਕਾਲੀਆਂ ਨੇ ਕਹੀ ਜਾਣਾ ਤਾਂ ਕਰਕੇ ਉਹਨੂੰ ਪ੍ਰਧਾਨ ਬਣਾਤਾ। ਪਿਛਲੇ ਦਿਨ ਰਣਜੀਤ ਸਿੰਘ ਢੱਡਰੀ ਵਾਲੇ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜਿਹੜੇ ਪੰਥਕ ਆਗੂ ਕਹਾਉਂਦੇ ਨੇ ਉਹ ਅਸੀਂ ਪਰਮੇਸ਼ਰ ਦੁਆਰ ਤੋਂ ਆਵਾਂਗੇ ਤੇ ਉਹ ਜਿਹੜੀਆਂ ਹੈਗੀਆਂ ਨੇ ਬਖਸ਼ਾਂ ਲੈ ਕੇ ਸ੍ਰੀ ਅਕਾਲ ਤਖਤ ਤੋਂ। ਇਕੱਠ ਤਾਂ ਰੰਗ ਤਮਾਸ਼ਿਆਂ ਤੇ ਬੜਾ ਹੋ ਜਾਂਦਾ, ਇਕੱਠ ਤਾਂ ਇੱਥੇ ਤੁਸੀਂ ਬਾਂਦਰ ਬਾਂਦਰੀ ਦਾ ਵਿਆਹ ਲਾ ਲਓ ਉੱਥੇ ਲੱਗ ਜੂਗਾ, ਮੇਲਾ ਲੱਗ ਜੂਗਾ, ਹੋਰ ਕੋਈ ਕਿਸੇ ਤਰ੍ਹਾਂ ਦੀ ਸ਼ਰਕਸ ਲਾ ਲਓ ਉਹਦੇ ਤੇ ਇਕੱਠ। ਗੱਲ ਇਕੱਠ ਦੀ ਨਹੀਂ ਹੈ। ਤੁਸੀਂ ਇਹ ਗੱਲ ਮੰਨਦੇ ਹੋ ਵੀ ਬੜੇ ਬੰਦੀ ਸਿੰਘਾਂ ਦੀ ਰਹਿਣ ਨੂੰ ਲੈ ਕੇ ਇਕੱਠ ਹੋ ਗਈ, ਪਰ ਇਕੱਠ ਤੋਂ ਨਿਬੜਦਾ ਕੁਛ ਨਹੀਂ? ਅੱਜ ਇਹਨਾਂ ਮੁੱਦਿਆਂ, ਪੰਥਕ ਮੁੱਦਿਆਂ ਤੋਂ ਬਾਦਲ ਪਰਿਵਾਰ ਲਾਹਾ ਲੈਣਾ ਚਾਹੁੰਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਿੱਠੀ ਲਿਖਦੇ ਖਤਰਨਾਕ ਅੱਤਵਾਦੀ ਆ, ਇਹਨੂੰ ਪੰਜਾਬ ਸ਼ਿਫਟ ਨਾ ਕੀਤਾ ਜਾਵੇ, ਅਮਨ ਕਾਨੂੰਨ ਨੂੰ ਖਤਰਾ ਹੋ ਜਾਊਗਾ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਮੈਂ ਹਰਿਆਣਾ ਦੀ ਗੱਲ ਕਰਾਂ ਜਾਂ ਪੰਜਾਬ ਦੀ ਗੱਲ ਕਰਾਂ, ਅਹਿਮ ਭੂਮਿਕਾ ਨਿਭਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਓਪੀਨੀਅਨ ਜਾਣੀ ਕਿ ਲੋਕ ਰਾਏ ਟੀਵੀ। ਮੈਂ ਹਾਂ ਪਰਮਿੰਦਰ ਸਿੰਘ। ਪ੍ਰੋਗਰਾਮ ਵਿਚਾਰ ਤਕਰਾਰ ਦੇ ਤਹਿਤ ਜਿੱਥੇ ਅਸੀਂ ਤੁਹਾਡੇ ਨਾਲ ਵੱਖ-ਵੱਖ ਸ਼ਖਸੀਅਤਾਂ ਦੇ ਤੁਹਾਡੇ ਨਾਲ ਰੂਬਰੂ ਕਰਾਉਣੇ ਆ, ਅੱਜ ਅਸੀਂ ਪਹੁੰਚੇ ਹਾਂ ਹਰਿਆਣਾ ਦੇ ਵਿੱਚ, ਜਿੱਥੇ ਅੱਜ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਨਾਲ, ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ। ਅੱਜ ਉਹਨਾਂ ਨਾਲ ਸਿੱਖ ਧਰਮ ਦੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ, ਧਾਰਮਿਕ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਇਕੱਠ ਹੋਇਆ ਉਹਦਾ ਕੀ ਨਤੀਜਾ ਨਿਕਲੂਗਾ। ਆਓ ਜੋ ਮਿਲੀਏ ਬਲਜੀਤ ਸਿੰਘ ਦਾਦੂਵਾਲ ਨਾਲ, ਕਰਾਂਗੇ ਗੱਲਾਂ। ਮੇਰੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੌਜੂਦ ਨੇ। ਸਵਾਗਤ ਹੈ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਜੀ। ਧੰਨਵਾਦ ਜੀ ਭਾਈ ਪਰਮਿੰਦਰ ਸਿੰਘ ਜੀ, ਤੁਹਾਡਾ ਤੇ ਸਾਰੇ ਸਰੋਤਿਆਂ ਦਾ। ਸਾਰਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇ ਠੀਕ ਹੈ, ਤੰਦਰੁਸਤ ਰਹਿੰਦੇ ਹੋ? ਬਿਲਕੁਲ, ਗੁਰੂ ਦੀ ਕਿਰਪਾ, ਆਨੰਦ ਮੰਗਲ। ਦਾਦੂਵਾਲ ਸਾਹਿਬ, ਮੈਂ ਇੱਥੇ ਦੇਖਿਆ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ? 1996 ਦੇ ਵਿੱਚ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਸੀ ਮੈਨੂੰ ਲੈ ਕੇ ਆਈਆਂ ਸੀ। ਦਮਦਮੀ ਟਕਸਾਲ 'ਚ ਵਿਦਿਆ ਪੜ੍ਹਨ ਤੋਂ ਬਾਅਦ ਧਰਮ ਪ੍ਰਚਾਰ ਚੱਲ ਰਿਹਾ, ਮਹਾਂਪੁਰਸ਼ਾਂ ਕੋਲੋਂ ਵਿਦਾਨ ਦੀ ਵਿਦਿਆ, ਗੁਰਬਾਣੀ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਚੱਕਰਵਰਤੀ ਥੋੜ੍ਹਾ ਜਿਹਾ ਪ੍ਰਚਾਰ ਦਾ ਦੌਰਾ ਆਰੰਭਿਆ ਸੀ। ਤਾਂ ਇੱਥੇ ਮੈਂ ਕੋਈ 6 ਮਹੀਨੇ ਪਹਿਲਾਂ ਗੁਰ ਇਤਿਹਾਸ ਦੀ ਕਥਾ 15 ਕੁ ਦਿਨ ਵਾਸਤੇ ਸੰਗਤਾਂ ਲੈ ਕੇ ਆਈਆਂ ਸੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਦਿਹਾੜੇ ਤੇ, ਉਦੋਂ ਕਰ ਗਿਆ ਸੀ। ਤਾਂ ਬਾਅਦ ਵਿੱਚ ਸੰਗਤਾਂ ਹੁਕਮ ਲਾਉਣ ਲੱਗੀਆਂ ਕਿ ਇਸ ਇਲਾਕੇ 'ਚ ਪ੍ਰਚਾਰ ਦੀ ਘਾਟ ਆ ਤੇ ਤੁਸੀਂ ਇੱਥੇ ਆਓ। ਮੇਰੇ ਉਦੋਂ ਦਾੜਾ ਵੀ ਪ੍ਰਕਾਸ਼ ਨਹੀਂ ਹੋਇਆ, ਬੜੀ ਉਮਰ ਛੋਟੀ ਸੀ। ਫਿਰ ਕਿੰਨੇ ਦੀ ਗੱਲ ਹੈ? ਇਹ ਸਨ 96 ਦੀ ਗੱਲ ਆ। ਫਿਰ ਇਹ ਸੰਗਤਾਂ ਗੱਡੀਆਂ ਭਰ ਕੇ ਮੇਰੇ ਕੋਲ ਚਲੇ ਗਈਆਂ। ਉਸ ਵੇਲੇ ਮੈਂ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਚੋਲਾ ਸਾਹਿਬ, ਕੁਢਾਣੀ ਕਲਾਂ, ਜਿੱਥੇ 6ਵੇਂ ਪਾਤਸ਼ਾਹ ਦੇ ਸਥਾਨ ਆ, ਗੁਰਦੁਆਰਾ ਨਿੰਮ ਸਾਹਿਬ, ਉੱਥੇ ਮੈਂ ਗੁਰਬਾਣੀ ਤੇ ਇਤਿਹਾਸ ਦੀ ਕਥਾ ਦੀ ਸੇਵਾ ਨਿਭਾ ਰਿਹਾ ਸੀ। ਚੱਕਰਵਰਤੀ, ਕੋਈ ਪੱਕੀ ਡਿਊਟੀ ਨਹੀਂ, ਧਰਮ ਪ੍ਰਚਾਰ ਦੀ ਡਿਊਟੀ। ਤਾਂ ਉੱਥੋਂ ਫਿਰ ਸੰਗਤਾਂ ਮੈਨੂੰ ਇੱਥੇ ਲੈ ਕੇ ਆਈਆਂ ਤਖਤ ਦਮਦਮਾ ਸਾਹਿਬ, ਅਰਦਾਸ ਕੀਤੀ, ਅਰਦਾਸਾ ਸੋਧ ਕੇ ਤਾਂ ਫਿਰ ਇੱਥੇ ਆ ਕੇ ਆਪਣਾ ਇੱਥੇ ਭੋਰਾ ਪੱਟ ਕੇ ਬੈਠ ਗਏ ਸੀਗੇ, ਆਪ ਦਾ ਭਜਨ ਪਾਠ ਕਰਦੇ ਕੁਝ ਸਮਾਂ। ਜਦੋਂ ਫਿਰ ਬਾਹਰ ਆਇਆ ਤਾਂ ਫਿਰ ਸੰਗਤਾਂ ਪ੍ਰਚਾਰ ਦਾ ਦੌਰ ਆਰੰਭ ਹੋ ਗਿਆ। ਇਲਾਕੇ ਦੀਆਂ ਸੰਗਤਾਂ ਆਪਦੇ ਸਾਧਨ ਲੈ ਕੇ ਆਉਂਦੀਆਂ ਸੀ ਤੇ ਸਾਧਨਾਂ ਤੇ ਲੈ ਜਾਂਦੀਆਂ, ਛੱਡ ਜਾਂਦੀਆਂ। ਫਿਰ ਹੌਲੀ ਹੌਲੀ ਵਿਦਿਆ ਪੜ੍ਹਨ ਵਾਲੇ ਸਿੰਘ ਆ ਗਏ। ਧਰਮ ਪ੍ਰਚਾਰ ਦਾ ਦੌਰ ਜਿਹੜਾ ਸੀਗਾ ਤੇਜ਼ੀ ਨਾਲ ਚੱਲ ਪਿਆ। ਫਿਰ ਸੰਗਤਾਂ ਨੇ ਸਾਧਨ ਵੀ ਲੈ ਦਿੱਤੇ ਤੇ ਫਿਰ ਡੇਰੇ ਸਰਸੇ ਵਾਲੇ ਨਾਲ ਟਕਰਾਅ ਸ਼ੁਰੂ ਹੋ ਗਿਆ, ਕਿਉਂਕਿ
ਜਿੱਦਾਂ ਉਹ ਸਾਡੇ ਧਰਮ 'ਚ ਪੰਥ 'ਚ ਦਖਲਅੰਦਾਜ਼ੀ ਕਰ ਰਿਹਾ ਸੀਗਾ, ਉਹ ਫਿਰ ਸੰਗਤਾਂ ਆ ਕੇ ਸ਼ਿਕਾਇਤ ਕਰਦੀਆਂ ਸੀ। ਤਾਂ ਫਿਰ ਉਹਦੀਆਂ ਜੇ ਉਹਨੇ ਸੱਚਾ ਸੌਦਾ, ਗੁਰਮੀਤ ਰਾਮ ਰਹੀਮ, ਇੱਦਾਂ ਦੇ ਜਿਹੜੇ ਲਫ਼ਜ਼ ਸੀਗੇ ਤੇ ਉਹਨਾਂ ਦੇ ਉੱਤੇ ਫਿਰ ਮੈਂ ਸੰਗਤਾਂ ਨੂੰ ਜਿਹੜਾ ਸੀਗਾ ਚਾਨਣਾ ਪਾਇਆ ਵੀ ਇਹ ਸੱਚਾ ਸੌਦਾ ਨਹੀਂ, ਇਹ ਸੱਚਾ ਕਹਿ ਕੇ 100 ਦਾ ਮਾਰਦੇ ਆ ਲੋਕਾਂ ਨਾਲ, ਇਹ ਸੱਚਾ 100 ਡੈਸ਼ ਦਾ। ਤੇ ਗੁਰਮੀਤ ਰਾਮ ਰਹੀਮ ਸੱਜਣ ਠੱਗ ਵਾਂਗੂ ਇਹਨੇ ਕੀਤਾ ਹੋਇਆ ਵੀ ਜਿਵੇਂ ਸੱਜਣ ਠੱਗ ਦਾ ਕੰਮ ਲੁੱਟਣਾ ਸੀ ਪਹਿਲਾਂ, ਉਹ ਰਾਮ ਵਾਲਿਆਂ ਨੂੰ ਰਾਮ ਦਿਖਾਉਂਦਾ, ਰਹੀਮ ਵਾਲਿਆਂ ਨੂੰ ਰਹੀਮ, ਤੇ ਸਾਰਿਆਂ ਨੂੰ ਧਰਮ ਨਾਲੋਂ ਤੋੜ ਕੇ ਆਪਦੀ ਡੇਰੇ ਨਾਲ ਜੋੜਦਾ। ਉਹ ਜਦੋਂ ਫਿਰ ਤਕਰਾਰ ਇਹਦੇ ਨਾਲ ਰੰਭੇ, ਇੱਦਾਂ ਪ੍ਰਚਾਰ ਦਾ ਦੌਰ ਜਿਹੜਾ ਸੀ ਸ਼ੁਰੂ ਹੋ ਗਿਆ ਤੇ ਇਸ ਸਥਾਨ ਤੇ ਸਿੰਘ ਜਿਹੜੇ ਸੀ ਵਿਦਿਆ ਪੜ੍ਹਨ ਵਾਲੇ, ਪ੍ਰਚਾਰ ਦਾ ਸਾਥ ਦੇਣ ਵਾਲੇ ਆਉਣ ਲੱਗੇ ਤੇ ਇਦਾਂ ਇੱਥੇ ਸਨ 96 ਚ ਸ਼ੁਰੂਆਤ ਹੋਈ ਸੀ। ਪਿੱਛੇ ਦੇ ਪਿੰਡਾਂ ਨੇ ਵਿਰੋਧ ਵੀ ਕਰਤਾ ਸੀ ਦਾਦੂਵਾਲ ਸਾਹਿਬ। ਹਾਂ, ਇਹ ਜਿਹੜਾ ਪਿੰਡ ਆ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਪਿੰਡ ਨੇ। ਅੱਧੀ ਅੱਧੀ ਰਾਤ ਨੂੰ 20-20 ਟਰਾਲੀਆਂ ਭਰ ਕੇ ਮੇਰੇ ਮਗਰ ਜਾਂਦੇ ਰਹੇ ਆ। 2-4 ਬੰਦੇ ਹੁੰਦੇ ਹੀ ਆ, ਕੋਈ ਇੱਕ 2 ਗੁਰੂ ਘਰ ਨੇ ਤੇ ਤੁਹਾਨੂੰ ਪਤਾ ਗੁਰਦੁਆਰੇ ਆਪਸ ਵਿੱਚ ਕਈ ਵਾਰੀ ਇਸ ਤਰ੍ਹਾਂ, ਮੇਰੇ ਆਉਣ ਤੋਂ ਪਹਿਲਾਂ ਦਾ ਇਹ ਗੁਰੂ ਘਰ ਬਣਿਆ ਹੀ ਤਾਂ ਸੀਗਾ ਕਿ ਉਧਰ ਤਕਰਾਰ ਪੈਦਾ ਹੋਇਆ ਤੇ ਨਵੇਂ ਗੁਰੂ ਘਰ ਦੀ ਨੀਂਹ ਰੱਖੀ ਗਈ ਸੀ। ਮੇਰੇ ਆਉਣ ਤੋਂ ਪਹਿਲਾਂ ਇੱਥੇ ਛੋਟੀ ਜਿਹੀ ਉਹੀ ਬਿਲਡਿੰਗ ਆ ਅਜੇ ਤੱਕ ਗੁਰੂ ਘਰ ਦੀ ਜਿਹੜੀ ਆ, ਬਾਕੀ ਆ ਸਾਰਾ ਜਿਹੜਾ ਇਹ ਨਵਾਂ ਬਣਿਆ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਹੀ ਆ। ਤੇ ਉਹ 2-4 ਬੰਦਿਆਂ ਨੇ ਜਿਹੜਾ ਸੀਗਾ ਉਹ ਕੀਤਾ ਹੀ, ਬਾਅਦ ਵਿੱਚ ਸਾਰੇ ਪਿੰਡ ਨੇ ਆ ਕੇ ਹਾਂ ਦਾ ਨਾਰਾ ਮਾਰਿਆ, ਨਾਲ ਖੜ ਗਏ ਸੀਗੇ ਪਿੰਡ ਦੇ, ਕਿਉਂਕਿ ਹੁਣ ਉਹਨਾਂ 'ਚੋਂ ਵੀ ਬਹੁਤ ਸਾਰੇ ਆ ਜਿਹੜੇ ਜਿਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋ ਰਿਹਾ ਕਿ ਅਸੀਂ ਐਵੇਂ ਉਸ ਵੇਲੇ ਜਿਹੜਾ ਸੀਗਾ ਤਕਰਾਰ ਦੇ ਵਿੱਚ ਪੈ ਗਏ। ਦਾਦੂਵਾਲ ਸਾਹਿਬ, ਇਸ ਇੰਟਰਵਿਊ ਦੇ ਵਿੱਚ ਬੜੇ ਲੋਕਾਂ ਦੇ ਸਵਾਲ ਨੇ ਤੁਹਾਡੇ ਤੱਕ ਲੈ ਕੇ ਆਏ ਆ ਤੇ ਮੈਂ ਆਸ ਕਰਦਾ ਤੁਸੀਂ ਉਹਨਾਂ ਦਾ ਜਵਾਬ ਵੀ ਬੇਖੂਬ ਦਿਓਗੇ। ਦਾਦੂਵਾਲ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਪੰਥਕ ਇਕੱਠ ਰੱਖਿਆ ਗਿਆ ਸੀ, ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੌਮ ਦੀ ਸਰਮੌਰ ਗੁਰੂ ਘਰਾਂ ਦੇ ਪ੍ਰਬੰਧ ਲਈ ਬਣਾਈ ਹੋਈ ਜਥੇਬੰਦੀ ਆ। ਜਦੋਂ ਵੀ ਕੋਈ ਸਿੱਖਾਂ ਨਾਲ ਰਿਲੇਟਡ ਮਸਲਾ ਹੁੰਦਾ ਤਾਂ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਵੱਲ ਤੇ ਸ਼੍ਰੋਮਣੀ ਕਮੇਟੀ ਵੱਲ ਦੇਖਦਾ, ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਆ। ਇਹ ਵੱਖਰੀ ਗੱਲ ਆ ਕਿ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਰਿਹਾ, ਜਿਹੜਾ ਇਸ ਵੇਲੇ ਉਸ ਪ੍ਰਬੰਧ ਤੇ ਕਾਬਜ ਆ, ਉਹਨਾਂ ਨੇ ਉਸ ਵੇਲੇ ਸਾਡੇ ਤਖਤ ਸਾਹਿਬਾਨਾਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਸੀ ਇਸ ਪਾਸਿਓਂ ਰੋਕੀ ਰੱਖਿਆ, ਇਹ ਕੰਮ ਕਰਨ ਨਹੀਂ ਦਿੱਤੇ, ਕਿਉਂਕਿ ਉਹਨਾਂ ਦੇ ਵੱਲੋਂ ਹੀ ਉਹਨਾਂ ਦਾ ਬਹੁਮਤ ਸੀ, ਜ਼ਿਆਦਾ ਮੈਂਬਰ ਸੀ, ਉਹੀ ਐਗਜ਼ੈਕਟਿਵ ਬਣਾਉਂਦੇ, ਉਹੀ ਪ੍ਰਧਾਨ ਚੁਣਦੇ ਸੀਗੇ। ਤੇ ਜਿੰਨਾ ਚਿਰ ਬਾਦਲ ਪਰਿਵਾਰ ਦਾ ਜਿਹੜਾ ਸੀ ਸੱਤਾ ਦੇ ਵਿੱਚ ਰਹੇ, ਉਹਨਾਂ ਚਿਰ ਉਹਨਾਂ ਨੇ ਉਹ ਕੰਮ ਕਰਨ ਨਹੀਂ ਦਿੱਤੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਸੀ। ਹੁਣ ਉਹ ਸੱਤਾ 'ਚ ਨਹੀਂ ਆ, ਉਹਨਾਂ ਨੇ ਵੇਖਿਆ ਕਿ ਨਾ ਹੀ ਸਰਕਾਰਾਂ ਜਿਨ੍ਹਾਂ ਨਾਲ ਭਾਈਵਾਲ ਸੀ ਉਹ ਵੀ ਨਾਲ ਨਹੀਂ ਰਹੇ ਤੇ ਜਿਨ੍ਹਾਂ ਨਾਲ ਯਾਰੀਆਂ ਨਿਭਾਈਆਂ ਉਹਨਾਂ ਦਾ ਵੀ ਆਧਾਰ ਕੁਝ ਨਹੀਂ ਰਿਹਾ, ਸੌਦਾ ਸਾਧ ਵਰਗਿਆਂ ਦਾ, ਤਾਂ ਫਿਰ ਉਹ ਪੰਥ ਵਾਲੇ ਪਾਸੇ ਮੁੜੇ। ਤਾਂ ਉਹਨਾਂ ਨੇ ਹੁਣ ਜਿਹੜਾ ਹੈਗਾ ਉਸ ਪਰਿਵਾਰ ਨੇ ਵੀ ਸੋਚਿਆ ਵੀ ਸ਼ਾਇਦ ਸਾਨੂੰ ਇਹਦੇ ਵਿੱਚ ਕੁਝ ਜਿਹੜਾ ਸਿਆਸੀ ਜ਼ਮੀਨ ਹਾਸਲ ਹੋ ਜੇ। ਪਰ ਇਹ ਵੱਖਰੀ ਗੱਲ ਆ ਕਿ ਅਸੀਂ ਜਿੱਥੇ ਪੰਥ ਦੀ ਗੱਲ ਆ ਉਹਦੇ ਵਾਸਤੇ ਜਦੋਂ ਅਕਾਲ ਤਖਤ ਸਾਹਿਬ ਆਵਾਜ਼ ਮਾਰੇ, ਸ਼੍ਰੋਮਣੀ ਕਮੇਟੀ ਆਵਾਜ਼ ਮਾਰੇ, ਨਿਰਪੱਖ ਹੋ ਕੇ ਅਸੀਂ ਉਹਦੇ ਲਈ ਹਾਜ਼ਰ ਹਾਂ। ਉਹਨਾਂ ਨੂੰ ਭੁਲੇਖਾ ਵਾ ਕਿ ਸ਼ਾਇਦ ਅਸੀਂ ਇਹਦੇ ਨਾਲ ਸਿਆਸੀ ਜ਼ਮੀਨ ਖੋਜ ਤਲਾਸ਼ ਲਾਂਗੇ ਬਾਦਲ ਪਰਿਵਾਰ ਨੂੰ, ਪਰ ਸਾਨੂੰ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਉਹਦੇ ਵਿੱਚ, ਸਾਨੂੰ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਕੌਮ ਦੇ ਕੰਮ ਕਰੇ, ਕਿਉਂਕਿ ਕੌਮ ਦੀ ਇੱਕ ਜਥੇਬੰਦੀ ਹੈ ਤੇ ਉਹ ਕੰਮ ਕਰੇ। ਤਾਂ ਹੀ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਸੀਗਾ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੜੇ ਪੜ੍ਹੇ ਲਿਖੇ ਇਨਸਾਨ, ਸਿਆਣੇ ਆ, ਔਰ ਉਹਨਾਂ ਨੇ ਲੰਬਾ ਸਮਾਂ ਜਥੇਦਾਰ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਜਿਹੜੇ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ, ਉਹਨਾਂ ਦੀ ਸੰਗਤ ਵੀ ਮਾਣੀ ਆ। ਉਸ ਇਲਾਕੇ 'ਚੋਂ ਹੀ ਉਹ SGPC ਮੈਂਬਰ, ਉਹਨਾਂ ਦੇ ਨੇੜਿਓਂ ਹੀ ਹੁਸ਼ਿਆਰਪੁਰ ਵਾਲੇ ਇਲਾਕੇ 'ਚੋਂ ਹੀ ਉਹ ਮੈਂਬਰ ਚੁਣੇ ਜਾਂਦੇ ਆ। ਤਾਂ ਉਹਨਾਂ ਨੇ ਸੱਦਾ ਦਿੱਤਾ ਸੀਗਾ ਤੇ ਅਸੀਂ ਆਪਣਾ ਫਰਜ਼ ਸਮਝਦੇ ਉੱਥੇ ਪਹੁੰਚੇ ਤੇ ਜੋ ਸੱਚਾਈ ਸੀ ਉਹ ਉੱਥੇ ਸਾਰਿਆਂ ਦੇ ਸਾਹਮਣੇ ਕਹਿ ਦਿੱਤੀ। ਵੀਡੀਓ ਤਾਂ ਵਾਇਰਲ ਹੋ ਰਹੀ ਹੈ ਕਿ ਜਿਹੜੇ ਬਚਨ ਸੀ ਉਹ ਇੱਕ ਇੱਕ ਬਚਨ ਜਿਹੜਾ ਜੋ ਉੱਥੇ ਗੁਰੂ ਸਾਹਿਬ ਨੇ ਕਰਵਾਇਆ, ਕੋਈ ਸੋਚ ਸਮਝ ਕੇ ਤਾਂ ਬੋਲੇ ਨਹੀਂ। ਜੋ ਸੱਚਾਈ ਸੀ, ਜੋ ਸਾਡਾ ਦੁੱਖ ਸੀ, ਦਰਦ ਸੀਗਾ, ਉਹਨੂੰ ਦਿਲੋਂ ਅਸੀਂ ਉੱਥੇ ਬਿਆਨ, ਅਸੀਂ ਨਹੀਂ ਪਰਵਾਹ ਕੀਤੀ ਵੀ ਇੱਥੇ ਕੌਣ ਬੈਠਾ, ਇੱਥੇ ਸੁਖਬੀਰ ਸਿੰਘ ਬਾਦਲ ਬੈਠਾ, ਤੁਸੀਂ ਨਾਮ ਵੀ ਲਿਆ, ਕੋਈ ਹੋਰ ਬੈਠਾ, ਨਹੀਂ ਅਸਲ ਅਸੀਂ ਬਾਕੀਆਂ ਦਾ ਨਾਂ ਤੁਸੀਂ ਲੈਤਾ ਸੀ, ਨਹੀਂ ਅਸਲ ਜਿਨ੍ਹਾਂ ਨੂੰ ਅਸੀਂ ਦੋਸ਼ੀ ਮੰਨਦੇ ਹਾਂ ਕਿ ਇਸ ਚੀਜ਼ ਦੇ, ਉਹ ਦੋਸ਼ੀ ਆ। ਉਹਨਾਂ ਨੇ ਜਿਹੜਾ ਬਰਗਾੜੀ ਕਾਂਡ ਉਹਨਾਂ ਦੇ ਰਾਜ 'ਚ ਹੋਇਆ, ਚੌੜ ਸਿੱਧਵਾਂ ਕਾਂਡ ਉਹਨਾਂ ਦੇ ਰਾਜ 'ਚ ਹੋਇਆ, ਸੌਦਾ ਸਾਧ ਕਾਂਡ, ਉਹਨਾਂ ਨੂੰ ਮਾਫੀਨਾਮਾ, ਉਹਨਾਂ ਦਾ ਪਰਚਾ ਜਿਹੜਾ ਸੀ ਭਾਵਨਾਵਾਂ ਭੜਕਾਉਣ ਵਾਲਾ, ਉਹ ਬਾਦਲ ਪਰਿਵਾਰ ਨੇ ਆਪਣੀ ਸਰਕਾਰ 'ਚ ਰਿਜੈਕਟ ਕਰਵਾ ਦਿੱਤਾ। ਫਿਰ ਜਥੇਦਾਰਾਂ ਨੂੰ ਚੌਕੀਦਾਰ ਬਣਾ ਕੇ ਉਹਨਾਂ ਤੋਂ ਮਾਫੀਨਾਮਾ ਜਾਰੀ ਕਰਵਾ ਦਿੱਤਾ। ਫਿਰ ਉਹ ਮਾਫੀਨਾਮੇ ਨੂੰ ਸਿੱਧ ਕਰਾਉਣ ਲਈ ਸ਼੍ਰੋਮਣੀ ਕਮੇਟੀ ਤੋਂ 90-95 ਲੱਖ ਦੇ ਇਸ਼ਤਿਹਾਰ ਜਾਰੀ ਕਰਵਾ ਦਿੱਤੇ। ਸੋ ਇਸ ਕਰਕੇ ਦੇ ਨਾਲੇ ਜਿਹੜਾ ਬੰਦਾ ਮੈਨੂੰ ਜੇਲ੍ਹਾਂ 'ਚ ਡੱਕਦਾ ਰਿਹਾ, ਝੂਠੇ ਮੁਕੱਦਮੇ ਪਾਉਂਦਾ ਰਿਹਾ, ਧਰਮ ਪ੍ਰਚਾਰ ਤੋਂ ਰੋਕਦਾ ਰਿਹਾ, ਮੇਰੀ ਕੋਈ ਵੱਟ ਦੀ ਲੜਾਈ ਥੋੜ੍ਹੀ ਆ ਬਾਦਲ ਪਰਿਵਾਰ ਨਾਲ, ਕੋਈ ਜਾਤੀ ਜ਼ਮੀਨੀ ਥੋੜ੍ਹੀ ਆ, ਕੋਈ ਵੱਟ ਜਾਂ ਸਾਡਾ ਪਾਣੀ ਦਾ ਰੌਲਾ। ਇਹ ਤਾਂ ਕੌਮੀ ਪੰਥਕ ਮਸਲਿਆਂ ਦੀ ਗੱਲ ਆ। ਤੇ ਜਿਹੜਾ ਪੰਥਕ ਮਸਲੇ ਕੌਮੀ ਮਸਲਿਆਂ ਤੋਂ ਪਿਛਾਂਹ ਹਟੂਗਾ, ਪੰਥ ਨੂੰ ਗੁੰਮਰਾਹ ਕਰੂ ਜਾਂ ਪੰਥ ਦਾ ਕੌਮ ਦਾ ਨੁਕਸਾਨ ਕਰੂਗਾ, ਉਹਦਾ ਫਿਰ ਨਾਂ ਲੈਣ ਵਾਲੀ ਗੱਲ ਤਾਂ ਦੂਰ ਆ। ਉਹਦੇ ਨਾਲ ਤਾਂ ਫਿਰ 36 ਦਾ ਅੰਕੜਾ ਜਿਹੜਾ ਉਹ ਰਹਿੰਦਾ ਹੀ ਆ। ਤੇ ਤੁਹਾਨੂੰ ਵੀ ਪਤਾ ਹੀ ਆ, ਮੈਂ ਧਰਮ ਪ੍ਰਚਾਰ ਕਰਦਾ ਸੀਗਾ
ਸੌਦੇ ਸਾਧ ਦੀਆਂ ਨਾਕਾਮੀਆਂ ਦੇ ਖਿਲਾਫ ਸੰਗਤਾਂ ਨੂੰ ਜਾਗਰੂਕ ਕਰਦਾ ਸੀ, ਇਹਨਾਂ ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਣਾ। ਇਹ ਤਾਂ ਸਾਡੇ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਜਾਂਦੇ, ਗੁਰਦੁਆਰਿਆਂ 'ਤੇ ਕਬਜ਼ੇ ਕਰਾ ਦਿੰਦੇ ਸੀ ਇਹ ਬਾਦਲ ਪਰਿਵਾਰ। ਤਾਂ ਫਿਰ ਨਾਂ ਲੈਣ ਵਾਲੀਆਂ ਗੱਲਾਂ ਤਾਂ ਦੂਰ ਆ। ਬਾਕੀ ਠੀਕ ਆ, ਉੱਥੇ ਇੱਕ ਸਾਡਾ ਇਕੱਠ ਨਹੀਂ, ਉਹ ਤਾਂ ਸ਼੍ਰੋਮਣੀ ਕਮੇਟੀ ਦਾ ਇਕੱਠ ਸੀਗਾ। ਸ਼੍ਰੋਮਣੀ ਕਮੇਟੀ 'ਚ ਅੱਜ ਵੀ ਪ੍ਰਬੰਧ ਜਿਹੜਾ ਹੈਗਾ ਬਹੁਮਤ ਉਹ ਬਾਦਲ ਪਰਿਵਾਰ ਦਾ, ਬਾਦਲ ਦਲ ਦਾ ਵਾ, ਉਹਨਾਂ ਦੇ ਜ਼ਿਆਦਾ ਮੈਂਬਰ। ਤੁਸੀਂ ਇਹ ਗੱਲ ਮੰਨਦੇ ਹੋ ਵੀ ਬੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਕੱਠ ਹੋ ਗਏ, ਪਰ ਇਕੱਠ ਤੋਂ ਨਿਬੜਦਾ ਕੁਝ ਨਹੀਂ? ਨਹੀਂ, ਇਹ ਤੁਹਾਡਾ ਭੁਲੇਖਾ ਪਰਮਿੰਦਰ ਸਿੰਘ ਜੀ, ਬਹੁਤ ਫਾਇਦੇ ਹੋਏ ਆ। ਭਾਈ ਗੁਰਬਖਸ਼ ਸਿੰਘ ਖਾਲਸਾ ਅੰਬ ਸਾਹਿਬ ਮੋਰਚਾ ਲਾਇਆ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਤਾਂ ਉਹਦੇ ਨਾਲ ਦੇਖੋ ਭਾਈ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ, ਜਾਂ ਗੁਰਮੀਤ ਸਿੰਘ ਨੂੰ, ਭਾਈ ਸ਼ਮਸ਼ੇਰ ਸਿੰਘ ਨੂੰ, ਭਾਈ ਲਖਵਿੰਦਰ ਸਿੰਘ ਨੂੰ, ਜਿਹੜੇ ਪਹਿਲੀ ਵਾਰ ਉਸ ਮੋਰਚੇ ਕਰਕੇ ਜੇਲੋਂ ਬਾਹਰ ਆਏ ਪੈਰੋਲ ਤੇ, ਉਹਨਾਂ ਦੀਆਂ ਪੈਰੋਲਾਂ ਸ਼ੁਰੂ ਹੋਈਆਂ। ਇਹ ਮੋਰਚੇ ਦੀ ਬਦੌਲਤ ਸੀਗਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਮੋਰਚਾ ਲਾਇਆ ਤੇ ਪੈਰੋਲਾਂ ਹੋਈਆਂ। ਫਿਰ ਬਾਪੂ ਸੂਰਜ ਸਿੰਘ ਦਾ ਮੋਰਚਾ ਲੱਗਿਆ ਤੇ ਉਹਦੀ ਬਦੌਲਤ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਤੋਂ ਸ਼ਿਫਟ ਪੰਜਾਬ ਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਕਰਨਾਟਕ ਤੋਂ ਪੰਜਾਬ ਸ਼ਿਫਟ ਕੀਤਾ। ਭਾਈ ਲਾਲ ਸਿੰਘ ਕਾਲਗੜ੍ਹ ਦੀ ਜਿਹੜੀ ਉਹ ਰਿਹਾਈ ਹੋਈ। ਭਾਈ ਵਰਿਆਮ ਸਿੰਘ ਦੀ ਯੂਪੀ 'ਚ ਰਿਹਾਈ ਹੋਈ। ਆ ਹੁਣ ਜਿਹੜਾ ਬਰਗਾੜੀ ਇਨਸਾਫ ਮੋਰਚਾ ਲੱਗਿਆ 6.5 ਮਹੀਨੇ ਆਪਾਂ ਉੱਥੇ ਲੱਖਾਂ ਸੰਗਤਾਂ ਇਕੱਤਰ ਹੋਈਆਂ, ਤਾਂ ਉਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਵਫਦ ਮਿਲਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਮੁੱਖ ਮੰਤਰੀ ਕਰਨਾਟਕ ਨੂੰ ਭਾਈ ਖੈੜੇ ਦੀ ਰਿਹਾਈ ਵਾਸਤੇ ਲਿਖਿਆ ਤੇ ਭਾਈ ਹਰਨੇਕ ਸਿੰਘ ਭਾਪਲੀ ਰਾਜਸਥਾਨ ਸਰਕਾਰ ਨੂੰ ਲਿਖਿਆ, ਕਿਉਂਕਿ ਉਹ ਜੈਪੁਰ ਜੇਲ੍ਹ 'ਚ ਸੀਗਾ। ਅੱਜ ਉਹ ਹੁਣ ਜ਼ਮਾਨਤ ਤੇ ਬਾਹਰ ਆ। ਸੋ ਇਹ ਜਿਹੜੇ ਮੋਰਚੇ ਲੱਗੇ, ਇਹਨਾਂ ਦੇ ਨਾਲ ਕੁਝ ਰਿਹਾਈਆਂ ਵੀ ਹੋਈਆਂ, ਕੁਝ ਪੈਰੋਲਾਂ ਵੀ ਹੋਈਆਂ, ਕੁਝ ਜੇਲ੍ਹ ਤਬਦੀਲੀਆਂ ਵੀ ਹੋਈਆਂ। ਇਹ ਵੱਖਰੀ ਗੱਲ ਆ ਕਿ ਕੁਝ ਸਿੰਘ ਅਜੇ ਸਾਡੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ, ਹੋਰ ਵੀ ਬਹੁਤ ਸਾਰੇ ਨਾਂ ਨੇ ਜਿਹੜਿਆਂ ਦੀਆਂ ਰਿਹਾਈਆਂ ਤੇ ਪੈਰੋਲਾਂ ਹੋਈਆਂ ਨੇ ਜੀ ਇਹਨਾਂ ਮੋਰਚਿਆਂ ਦੇ। ਇਹ ਵੱਖਰੀ ਗੱਲ ਆ ਕਿ ਅਸੀਂ ਜਿਹੜਾ ਹੈਗਾ ਨਾ ਹਮੇਸ਼ਾ ਜਿਹੜਾ ਹੈਗਾ ਨੈਗੇਟਿਵ ਸੋਚ ਰੱਖਦੇ, ਨੈਗੇਟਿਵਿਟੀ ਦੀ ਸੋਚ, ਹੋਇਆ ਨਹੀਂ ਜੀ ਕੁਛ, ਹੋਇਆ ਨਹੀਂ ਜੀ। ਪੋਜ਼ਿਟਿਵਿਟੀ ਦੀ ਸੋਚ ਬੜੀ ਘੱਟ ਆ। ਬਹੁਤ ਕੁਛ ਹੋਇਆ ਵਾ, ਬੜੀਆਂ ਪ੍ਰਾਪਤੀਆਂ ਹੋਈਆਂ। ਇਹ ਵੱਖਰੀ ਗੱਲ ਆ ਕਿ ਅਧੂਰੀਆਂ ਨੇ। ਬਾਪੂ ਸੂਰਜ ਸਿੰਘ ਅੱਜ ਵੀ ਦੇਖੋ ਸਰਕਾਰਾਂ ਬਦਲ ਗਈਆਂ, ਅਕਾਲੀ ਸਰਕਾਰ ਨੇ ਬੰਦ ਕੀਤਾ ਸੀਗਾ DMC ਹਸਪੀਟਲ 'ਚ, ਮੁੜ ਕੇ ਕੈਪਟਨ ਦੀ ਸਰਕਾਰ ਵੀ ਰਹੀ ਤੇ ਫਿਰ ਆ ਜਿਹੜਾ ਹੈਗਾ ਆਪਣਾ ਹੁਣ ਇਹਨਾਂ ਦੀ ਜਿਹੜੀ ਸਰਕਾਰ ਆ ਆਪਣਾ ਆਮ ਆਦਮੀ ਪਾਰਟੀ, ਤਾਂ ਵੀ ਬਾਪੂ ਸੂਰਜ ਸਿੰਘ DMC ਦੇ ਉਹ ਜੇਲ੍ਹ ਦੀ ਤਰ੍ਹਾਂ ਉਹਨੂੰ ਰੱਖਿਆ, ਫੋਰਸ ਫੀਡ ਦਿੰਦੇ ਆ, ਹੱਡੀਆਂ ਦੀ ਮੁੱਠ ਰਹਿ ਗਿਆ ਤੁਹਾਨੂੰ ਲੱਗਦਾ ਬਾਪੂ ਸੂਰਜ ਸਿੰਘ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਦੇਖੋ ਇਹਦੇ 'ਚ ਪਰਮਿੰਦਰ ਸਿੰਘ ਜੀ ਕਿ ਪ੍ਰਾਪਤੀਆਂ ਵੀ ਹੋਈਆਂ, ਅਧੂਰੀਆਂ ਨੇ। ਸੰਘਰਸ਼ ਕੌਮ ਦਾ ਜਾਰੀ ਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠ ਕਰਕੇ ਨਿਰਪੱਖ, ਨਿਰੋਲ, ਸਾਫ਼ ਨੀਅਤ ਨਾਲ ਉਹਨਾਂ ਬੰਦੀਆਂ ਦੀ ਰਿਹਾਈ ਵਾਸਤੇ ਖੜੀ ਆਵਾਜ਼ ਦਿੱਤੀ ਆ। ਅਸੀਂ ਨਾਲ ਸਾਥ ਦਿਆਂਗੇ, ਕਿਉਂਕਿ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ। ਤੁਹਾਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਸਿੱਖ ਕੌਮ ਦਾ ਨੁਕਸਾਨ ਸਿੱਖ ਆਗੂਆਂ ਨੇ ਕੀਤਾ? ਬਿਲਕੁਲ। ਇਹ ਜਿਹੜਾ ਹੈਗਾ 1947 ਦੇ ਵੇਲੇ ਦੀ ਗੱਲ, ਜਿਹੜੀ ਆਮ ਸੰਗਤ ਦੇ ਵਿੱਚ ਧਾਰਨਾ ਹੈਗੀ ਹੈ ਕਿ ਉਸ ਵੇਲੇ ਜਿਹੜਾ ਫੈਸਲਾ ਲੈਣਾ ਚਾਹੀਦਾ ਸੀ ਉਸ ਵੇਲੇ ਨਹੀਂ ਲਿਆ ਗਿਆ ਉਸ ਵੇਲੇ ਸਿੱਖ ਆਗੂਆਂ ਦੇ ਵੱਲੋਂ। ਉਸ ਤੋਂ ਬਾਅਦ ਵੀ ਜਦੋਂ ਸਾਡਾ ਕਤਲੇਆਮ ਹੋਇਆ 1984 ਤੋਂ ਬਾਅਦ, ਘਰਾਂ 'ਚੋਂ ਕੱਢ ਕੇ ਸ਼ਹੀਦ ਕੀਤਾ, ਬੀਬੀਆਂ ਦੀ ਬੇਪੱਤੀ ਹੋਈ, ਬਜ਼ੁਰਗਾਂ ਦੀਆਂ ਬੀਬੀਆਂ ਦਾੜੀਆਂ ਥਾਣਿਆਂ 'ਚ ਰੋਲੀਆਂ ਗਈਆਂ, ਝੂਠੇ ਮੁਕਾਬਲੇ ਬਣਾਏ ਗਏ, ਅਕਾਲ ਤਖਤ ਸਾਹਿਬ ਤੇ ਸਾਡਾ ਜੋ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ ਉਹਦੇ ਤੇ ਹਮਲਾ ਹੋਇਆ, ਸਾਡੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੇ ਤੇ ਹਮਲਾ ਹੋਇਆ, ਕਿੰਨੇ ਗੁਰਦੁਆਰਿਆਂ ਗੁਰਧਾਮਾਂ ਤੇ ਹੋਇਆ, ਨਵੰਬਰ 84 ਦਾ ਕਤਲੇਆਮ ਹੋਇਆ, ਇਹ ਸਾਰਾ ਕੁਝ। ਪਰ ਜਿਹੜੇ ਆਗੂਆਂ ਨੇ ਜੋ ਡਿਊਟੀ ਨਿਭਾਉਣੀ ਚਾਹੀਦੀ ਸੀ, ਬਹੁਤ ਕੁਝ ਹੋਇਆ ਵੀ, ਪਰ ਜਿਹੜੀ ਡਿਊਟੀ ਮੁੱਖ ਤੌਰ ਤੇ ਉਹ ਨਿਭਾ ਨਹੀਂ ਸਕੇ। ਉਹਨਾਂ ਦੁਸ਼ਮਣਾਂ ਨਾਲ ਜਿਹੜੀਆਂ ਅਸੀਂ ਯਾਰੀਆਂ ਪਾ ਲਈਆਂ, ਖਾਸ ਕਰਕੇ ਬਾਦਲ ਪਰਿਵਾਰ 10 ਸਾਲ ਦਾ ਰਾਜ ਹੁਣ ਰਿਹਾ। ਪਹਿਲਾਂ ਵੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਨਾਲ ਭਾਈਵਾਲੀ ਸੀ, ਵਰਿੰਦਰ ਕੁਮਾਰ ਗੁਜਰਾਲ ਦੇ ਨਾਲ ਵੀ ਉਹਨਾਂ ਦੇ ਬੇਟੇ ਨੂੰ ਤਾਂ ਰਾਜ ਸਭਾ ਹੀ ਭੇਜਿਆ ਇਹਨਾਂ ਨੇ, ਅਕਾਲੀ ਦਲ ਬਾਦਲ ਨੇ। ਔਰ ਬਾਅਦ 'ਚ ਹੁਣ ਆਪਣਾ ਦੂਜਾ ਪਲਾਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇਹਨਾਂ ਨਾਲ ਪਹਿਲੇ ਪਲਾਨ 'ਚ ਰਹੇ ਆ, ਫਿਰ ਦੂਜੇ ਪਲਾਨ 'ਚ ਵੀ ਆ ਕਿਸਾਨ ਅੰਦੋਲਨ ਤੱਕ ਰਹੇ ਆ ਨਾਲ। ਤਾਂ ਵਜ਼ੀਰੀਆਂ ਪਰਿਵਾਰ ਲਈ ਲਈਆਂ, ਪਰਿਵਾਰ ਵਾਸਤੇ ਅਹੁਦੇ ਲਏ ਆ, ਪੰਥ ਤੇ ਪੰਜਾਬ ਦਾ ਸੋਚਿਆ ਨਹੀਂ, ਨੁਕਸਾਨ ਕੀਤਾ। ਮੈਂ ਤਾਂ ਕਈ ਵਾਰ ਕਹਿਣਾ ਹੁੰਦਾ ਅਕਾਲ ਤਖਤ ਸਾਹਿਬ ਢਾਇਆ ਦੁਸ਼ਮਣਾਂ ਨੇ, ਢਵਾਇਆ ਆਪਣਿਆਂ ਨੇ। ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਆਏ ਉਹਨਾਂ ਨੇ ਸਿੱਖਾਂ ਨੂੰ ਮਾਰਿਆ, ਇਹਨਾਂ ਆਗੂਆਂ ਨੇ ਸਿੱਖੀ ਨੂੰ ਮਾਰਿਆ, ਸਿੱਖੀ ਜਜ਼ਬਾ ਖਤਮ ਕੀਤਾ। ਆ ਹੁਣ ਅੱਜ ਸੁਖਬੀਰ ਸਿੰਘ ਬਾਦਲ ਕਹਿੰਦਾ ਬੰਦੀ ਰਿਹਾ ਹੋਣੇ ਚਾਹੀਦੇ, ਅਸੀਂ ਤਾਂ ਸਵਾਗਤ ਕਰਦੇ, ਚਲੋ ਦੇਰ ਆਏ ਦਰੁਸਤ ਆਏ। ਪਰ ਇਹੀ ਸੁਖਬੀਰ ਸਿੰਘ ਬਾਦਲ ਕਹਿੰਦਾ ਰਿਹਾ ਕਿ ਜਥੇਦਾਰ ਹਵਾਰਾ ਕਾਤਲ ਆ, ਕੌਮ ਦੀ ਅਗਵਾਈ ਨਹੀਂ ਕਰ ਸਕਦਾ, ਇਹ ਅੱਤਵਾਦੀ। ਮੈਂ ਤਾਂ ਉੱਥੇ ਵੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਵੀ ਗਿਆ ਸੀਗਾ ਕਿ ਲੋਕਾਂ ਦੇ ਪੱਥਰਾਂ ਦੀ ਸਾਨੂੰ ਦਰਦ ਰਤਾ ਨਾ ਹੋਈ, ਮਿੱਤਰਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਦੁਸ਼ਮਣ ਸਾਡੇ ਯੋਧਿਆਂ ਨੂੰ, ਅੱਤਵਾਦੀ ਜਿਨ੍ਹਾਂ ਕੌਮ ਲਈ ਜਵਾਨੀਆਂ ਜੇਲ੍ਹਾਂ 'ਚ ਗਾਲ ਦਿੱਤੀਆਂ, ਜਿਹੜੇ ਘਰਾਂ ਦਾ ਮੂੰਹ ਤੱਕ ਨਹੀਂ ਦੇਖ ਸਕੇ, ਅੱਜ ਤੱਕ ਵੀ ਜੇਲ੍ਹਾਂ 'ਚ ਨਜ਼ਰ ਬੰਦੇ ਆ, ਚਾਹੇ ਜਥੇਦਾਰ ਹਵਾਰਾ, ਭਾਈ ਰਾਜੋ ਆਣਾ, ਹੋਰ ਕਿੰਨੇ ਸਿੰਘ ਆ ਸਾਡੇ ਜਿਹੜੇ ਆ। ਔਰ ਕਿਹੋ ਜਿਹੇ ਹਾਲਾਤਾਂ ਵਿੱਚ ਆ ਤਾਂ ਵੀ ਰਿਹਾਈਆਂ ਨਹੀਂ ਹੋ ਰਹੀਆਂ। ਤੇ ਉਹਨਾਂ ਨੂੰ ਅੱਤਵਾਦੀ ਇਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ,
ਤੇ ਦਿੱਲੀ ਸਰਕਾਰ ਤੋਂ ਸ਼ਿਫਟ ਕਰਾਉਣਾ ਸੀ ਪ੍ਰੋਫੈਸਰ ਭੁੱਲਰ ਨੂੰ ਪੰਜਾਬ ਵਿੱਚ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਿੱਠੀ ਲਿਖਦੇ ਖਤਰਨਾਕ ਅੱਤਵਾਦੀ ਆ, ਇਹਨੂੰ ਪੰਜਾਬ ਸ਼ਿਫਟ ਨਾ ਕੀਤਾ ਜਾਵੇ, ਅਮਨ ਕਾਨੂੰਨ ਨੂੰ ਖਤਰਾ ਹੋ ਜਾਊਗਾ। ਉਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਕਹਿੰਦੇ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰ ਦੇਣਾ ਚਾਹੀਦਾ। ਸੋ ਸਭ ਤੋਂ ਵੱਧ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਕੌਮ ਦਾ, ਤੇ ਇਹਨਾਂ ਨੇ ਹੀ ਸਿੱਖਾਂ ਨੂੰ ਇਹ ਸਿੱਖੀ ਲਿਬਾਸ ਸਿੱਖ ਭੇਖ 'ਚ ਸਿੱਖ ਆਗੂ ਬਣ ਕੇ ਸਿੱਖੀ ਦਾ ਨੁਕਸਾਨ ਕਰਦੇ ਰਹੇ ਆ। ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਇਹਨਾਂ ਨੇ ਹੀ ਸਾਡਾ ਨੁਕਸਾਨ ਕੀਤਾ। ਜਿਸ ਤਰੀਕੇ ਦੇ ਨਾਲ ਬਾਪੂ ਸੂਰਤ ਸਿੰਘ ਨੇ ਜਾਂ ਗੁਰੂ ਸਿੰਘ ਨੇ ਤਿੱਖਾ ਸੰਘਰਸ਼ ਕੀਤਾ, ਉਸ ਵੇਲੇ ਲੱਗਦਾ ਵੀ ਜਿਹੜੇ ਸਿੱਖ ਆਗੂ ਸੀ ਤੁਹਾਡੇ ਵਰਗੇ ਜਾਂ ਹੋਰ ਮੈਂ ਬਹੁਤ ਨੇ, ਉਹਨਾਂ ਦੇ ਨਾਲ ਉਦੋਂ ਤਿੱਖਾ ਸੰਘਰਸ਼ ਕੀਤਾ ਜਾਣਾ ਤਾਂ ਬਿਲਕੁਲ ਅਸੀਂ ਹਰ ਵੇਲੇ ਜਦੋਂ ਆਵਾਜ਼ ਮਾਰੀ, ਚਾਹੇ ਭਾਈ ਗੁਰਬਖਸ਼ ਸਿੰਘ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ, ਬਾਪੂ ਸੂਰਤ ਸਿੰਘ ਦਾ ਸਾਥ ਦਿੱਤਾ, ਪੂਰਾ ਹਰ ਤਰ੍ਹਾਂ ਦੇ ਨਾਲ ਜਦੋਂ ਆਵਾਜ਼ ਮਾਰੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਦੇ ਨਾਲ ਪੂਰਾ ਸਹਿਯੋਗ ਦਿੰਦੇ ਰਹੇ। ਹਰ ਸਮੇਂ ਜਿਹੜਾ ਅਸੀਂ ਆਪ ਖੁਦ ਸੰਘਰਸ਼ ਲੀਡ ਕਰਕੇ ਕੀਤਾ ਉਹ ਤਾਂ ਕੀਤਾ ਹੀ, ਪਰ ਜਿੱਥੇ ਕੋਈ ਦੂਜਾ ਵੀ ਕਰ ਰਿਹਾ ਸੀਗਾ ਅਸੀਂ ਉੱਥੇ ਵੀ, ਮੈਂ ਨਹੀਂ ਦੇਖਿਆ ਕਿਹੜੀ ਜਥੇਬੰਦੀ ਕਰ ਰਹੀ ਹੈ, ਕਿਹੜਾ ਦਲ ਕਰ ਰਿਹਾ ਜਾਂ ਕਿਹੜਾ ਆਗੂ ਕਰ ਰਿਹਾ, ਮੈਂ ਤਾਂ ਹਮੇਸ਼ਾ ਮੁੱਦੇ ਨੂੰ ਦੇਖਿਆ। ਆ ਦੇਖੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਕਈ ਵੀਰਾਂ ਨੇ ਬਾਈਕਾਟ ਵੀ ਕੀਤਾ ਇਸੇ ਇਕੱਠ ਦਾ, ਤੇ ਸਾਨੂੰ ਵੀ ਕਈਆਂ ਨੇ ਰੋਕਣ ਦਾ ਯਤਨ। ਮੈਂ ਕਿਹਾ ਨਹੀਂ, ਅਸੀਂ ਇਹ ਨਹੀਂ ਦੇਖਣਾ ਕਰ ਕੌਣ ਰਿਹਾ, ਅਸੀਂ ਇਹ ਦੇਖਣਾ ਵੀ ਮੁੱਦਾ ਕੀ ਆ। ਠੀਕ ਆ, ਹਰ ਬੰਦੇ ਸਿਆਸੀ ਬੰਦੇ ਦੀ ਸਿਆਸੀ ਸੋਚ, ਉਹ ਸਿਆਸੀ ਲਾਹਾ ਲੈਣਾ ਚਾਹੁੰਦੇ ਆ। ਅੱਜ ਇਹਨਾਂ ਮੁੱਦਿਆਂ, ਪੰਥਕ ਮੁੱਦਿਆਂ ਤੋਂ ਬਾਦਲ ਪਰਿਵਾਰ ਲਾਹਾ ਲੈਣਾ ਚਾਹੁੰਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਕਰਕੇ ਅਸੀਂ ਆਪਣੇ ਮੁੱਦਿਆਂ ਨੂੰ ਛੱਡ ਦਈਏ। ਅਸੀਂ ਆਪਣੇ ਮੁੱਦਿਆਂ ਤੇ ਵੀ ਜੇ ਉਹ ਵੀ ਸਾਥ ਦਿੰਦੇ ਆ ਤੇ ਆਓ, ਕੋਈ ਗੱਲ ਨਹੀਂ, ਦਿਓ ਸਾਥ, ਪਰ ਇਹਨਾਂ ਗੱਲਾਂ ਨਾਲ ਉਹਨਾਂ ਦੇ ਗੁਨਾਹ ਨਹੀਂ ਧੁੱਪ ਜਾਣੇ। ਜਿਹੜੀ ਸੌਦਾ ਸਾਧ ਨੂੰ ਮਾਫੀਨਾਮਾ ਦਵਾਇਆ, ਜਿਹੜੇ ਉਹਨਾਂ ਨੇ ਜਿਹੜਾ ਹੈਗਾ ਪਰਚਾ ਰੱਦ ਕਰਾਇਆ ਸਿੱਖ ਭਾਵਨਾਵਾਂ ਭੜਕਾਉਣ ਦਾ, ਜਿਹੜਾ 2007 'ਚ ਸਵਾਂਗ ਰਚਿਆ ਸੀਗਾ, ਭਾਈ ਚੌੜ ਸਿੱਧਵਾਂ ਮਾਂ ਬਾਪ ਦਾ ਇਕਲੌਤਾ ਪੁੱਤ, ਜਿਹਦੇ ਬਾਪ ਨੇ ਦੇਸ਼ ਦੀ ਸਰਹੱਦਾਂ ਤੇ ਸੇਵਾ ਕੀਤੀ, ਜਿਹਦੇ ਦਾਦੇ ਨੇ ਸਦਾ ਗਿਆਨ ਸਿੰਘ ਨੇ ਸੇਵਾ ਕੀਤੀ ਦੇਸ਼ ਦੀਆਂ ਸਰਹੱਦਾਂ ਤੇ, ਇਕਲੌਤਾ ਪੁੱਤ ਭਾਈ ਰਾਜੋਆਣਾ ਦੀ ਰਿਹਾਈ ਦਾ ਸੰਘਰਸ਼ ਚੱਲ ਰਿਹਾ ਸੀ ਫਾਂਸੀ ਰੱਦ ਕਰਾਉਣ ਦਾ, ਤਾਂ ਉਸ ਵੇਲੇ ਗੋਲੀਆਂ ਮਾਰ ਕੇ ਜਿਹੜਾ ਸੀਗਾ ਉਹਨੂੰ ਸ਼ਹੀਦ ਕਰ ਦਿੱਤਾ। ਉੱਥੇ ਤੇ ਬੇਅਦਬੀ ਦਾ ਇਨਸਾਫ ਮੰਗਦੇ ਸਿੱਖ ਸੀਗੇ, ਬਰਗਾੜੀ ਕੀ ਸੀ, ਸ਼ਾਂਤਮਈ ਬੈਠੇ ਸਨ, ਮਾਰ ਕੇ ਗੋਲੀਆਂ ਬਿਹਬਲ 2 ਸ਼ਹੀਦ ਕਰ ਦਿੱਤੇ, ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਭਾਈ ਗੁਰਜੀਤ ਸਿੰਘ ਬਿੱਟੂ ਸਰਾਵਾਂ। ਕੋਟਕਪੂਰੇ ਸਾਡੇ ਤੇ ਕਿੰਨਾ ਉੱਥੇ ਸੰਗਤਾਂ ਦੇ ਉੱਤੇ ਲਾਠੀ ਚਾਰਜ ਕੀਤਾ, ਉੱਥੇ ਗ੍ਰਿਫਤਾਰੀਆਂ ਕੀਤੀਆਂ। ਇਹ ਦਾਗ ਬਾਦਲ ਪਰਿਵਾਰ ਤੋਂ ਲੱਥਣੇ ਨਹੀਂ ਆ, ਇਹ ਵੱਖਰੀ ਗੱਲ ਆ। ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਕੌਮ ਦੀ, ਪੰਥ ਦੇ ਕਿਸੇ ਮੁੱਦੇ, ਕਿਸੇ ਇਸ਼ੂ ਨੂੰ ਲੈ ਕੇ ਚੱਲਦੀ ਆ, ਤੇ ਅਸੀਂ ਕੌਮ ਦੀ ਗੱਲ, ਪੰਥ ਦੇ ਇਸ਼ੂਆਂ ਦੇ ਉੱਤੇ ਉਹਨਾਂ ਦਾ ਸਹਿਯੋਗ ਪੂਰਾ ਕਰਾਂਗੇ, ਬਸ਼ਰਤੇ ਕਿ ਉਹ ਨਿਰਪੱਖ ਹੋਣ, ਪਰਿਵਾਰਵਾਦ ਦੀ ਨੀਤੀ ਚੋਂ ਪਾਸੇ ਨਿਕਲ ਕੇ। ਦਦੂਵਾਲ ਸਾਹਿਬ, ਇਹ ਤਾਂ ਤੁਸੀਂ ਵੀ ਮੰਨਦੇ ਹੋ ਨਾ ਕਿ ਸਭ ਜਿਹੜੇ ਸਿੱਖ ਆਗੂ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਹਰਿਆਣਾ ਜਿਹੜੀ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਸੇ ਕੀਤਾ ਜਾਵੇ, ਤਾਂ ਫਿਰ ਉੱਥੇ ਤਾਂ ਉਹ ਜਿਹੜੀ ਹੈਗੀ ਹੈ ਉਹ ਵੀ ਉੱਥੇ ਮੌਜੂਦ ਸੀ, ਫਿਰ ਤਾਂ ਉਹੀ ਗਠਬੰਧਨ ਜਿਹੜੀ ਬਣ ਜਾ ਰਹੀ ਹੈ। ਨਹੀਂ, ਇਹੋ ਜੀ ਕੋਈ ਗੱਲ ਨਹੀਂ। ਇਹ ਜਿਹੜਾ ਮੁੱਦਾ ਸੀ ਨਾ, ਇਹ ਮੈਂ ਉਦੋਂ ਵੀ ਬੋਲਿਆ ਕਿ ਬੰਦੀ ਸਿੰਘ ਰਿਹਾਈਆਂ ਦਾ ਮੁੱਦਾ, ਕਿਹਦੇ ਲਈ ਸੰਘਰਸ਼ ਕੀਤਾ ਜਾਵੇ, ਇਹਦੇ ਲਈ ਗੱਲਬਾਤ ਕੀਤੀ ਜਾਵੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ, ਰਾਸ਼ਟਰਪਤੀ ਨਾਲ, ਸੰਬੰਧਿਤ ਸਰਕਾਰਾਂ ਦੇ ਮੁੱਖ ਮੰਤਰੀਆਂ ਨਾਲ, ਜਿੱਥੇ ਵੀ ਜਿਹੜੀ ਸਟੇਟ ਵਿੱਚ ਬੰਦੀ ਸਿੰਘ ਬੈਠੇ ਆ, ਤੇ ਉਹ ਗੱਲਬਾਤ ਵਾਸਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਉਣੀ, ਜੋ ਉੱਥੇ ਐਲਾਨ ਕੀਤਾ ਸੀਗਾ। ਉਹ ਕਮੇਟੀ 'ਚ ਨੁਮਾਇੰਦਾ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਲੈ ਕੇ ਫਿਰ ਗੱਲਬਾਤ ਕਰਨੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਲੇ 'ਚ ਗੇਂਦਾ ਕਿ ਉਹਨਾਂ ਨੇ ਕਮੇਟੀ ਬਣਾਉਣੀ ਆ, ਉਹਨਾਂ ਨੇ ਹੁਣ ਉਹਨਾਂ ਦੀ ਨਿਰਪੱਖਤਾ ਤੇ ਵੀ ਸਵਾਲ ਖੜੇ ਹੋਣੇ ਆ ਕਿ ਉਹ ਜੇ ਨਿਰਪੱਖ ਕਮੇਟੀ ਬਣਾਉਂਦੇ ਆ ਕਿ ਪੱਖਪਾਤ ਕਰਦੇ ਆ, ਕਮੇਟੀ 'ਚ ਕਿਹਨੂੰ ਪਾਉਂਦੇ ਕਿਹਨੂੰ ਨਹੀਂ ਪਾਉਂਦੇ, ਔਰ ਕਿਸ ਤਰ੍ਹਾਂ ਕੰਮ ਕਰਦੇ ਆ, ਇਹ ਉਹਨਾਂ ਦੇ ਉੱਤੇ ਆ। ਤੇ ਸਾਨੂੰ ਆਸ ਆ ਕਿ ਉਹ ਇਹਦੇ ਤੇ ਨਾ ਰਾਜਨੀਤੀ ਕਰਨ ਔਰ ਡਿਊਟੀ ਨਿਭਾਉਣ ਨਿਰਪੱਖ ਤੌਰ ਤੇ, ਨੀਅਤ ਸਾਫ਼ ਦੇ ਨਾਲ। ਤੇ ਕਿਉਂਕਿ ਮਸਲਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ, ਜਿਨ੍ਹਾਂ ਦੀਆਂ ਜਵਾਨੀਆਂ ਜੇਲ੍ਹਾਂ 'ਚ ਗਲ ਗਈਆਂ। ਦੇਖੋ ਅੱਜ ਉਹ ਸੋਚਦੇ ਹੋਣਗੇ, ਮੈਂ ਤਾਂ ਅਕਸਰ ਕਹਿੰਦਾ ਹੁੰਦਾ ਕਿ ਉਹ ਸੋਚਦੇ ਹੋਣਗੇ ਅਸੀਂ ਕਿਹੜੀ ਕੌਮ ਵਾਸਤੇ ਕੁਰਬਾਨੀ ਕੀਤੀ ਹੈ, ਜਿਹੜੇ ਗਰਮੀਆਂ ਦੇ ਵਿੱਚ ਏਸੀ ਛੱਡ ਕੇ ਤੇ ਸਿਆਲ 'ਚ ਹੀਟਰ ਲਾ ਕੇ ਸਰਾਣੇ ਬਾਂਹ ਦੇ ਕੇ ਸੌਂ ਜਾਂਦੇ ਆ। ਕਿਹਨਾਂ ਲਈ? ਉਹ ਕੋਈ ਕ੍ਰਿਮੀਨਲ ਨਹੀਂ ਸੀਗੇ, ਉਹ ਕੋਈ ਅਪਰਾਧੀ ਪਿਛੋਕੜ ਦੇ ਨਹੀਂ ਸੀ, ਬੜੇ ਪੜ੍ਹੇ ਲਿਖੇ ਵੈਲ ਸੈਟਲਡ ਪਰਿਵਾਰਾਂ ਦੇ ਉਹ ਨੌਜਵਾਨ ਨੇ। ਜਦੋਂ ਹਾਲਾਤ ਐਸੇ ਬਣੇ ਵੀ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ, ਸਾਡੇ ਧਰਮ ਤੇ ਹਮਲਾ ਜਦੋਂ ਹੋ ਗਿਆ ਦਰਬਾਰ ਸਾਹਿਬ ਤੇ ਉਹਨਾਂ ਨੇ ਪੰਜਾਲੀਆਂ ਛੱਡ ਕੇ ਹੱਥ 47 ਨੂੰ ਪਾਲੇ, ਹਥਿਆਰਬੰਦ ਰਾਹ ਜਿਹੜਾ ਸੀ ਉਹਨਾਂ ਨੇ ਚੁਣ ਲਿਆ। ਤੁਸੀਂ ਦਿੱਲੀ ਗਏ ਸੀ ਬਾਦਲ ਪਰਿਵਾਰ ਦੇ ਨਾਲ? ਹੁਣ ਦਿੱਲੀ ਗਏ ਸੀ ਤੁਸੀਂ? ਕਾਹਦੇ ਵਾਸਤੇ? ਤੁਸੀਂ ਉੱਥੇ ਕਿਸੇ ਨੂੰ ਮਿਲੇ ਹੋਵੋਗੇ?
ਨਹੀਂ ਹੁਣ ਤਾਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਮਿਲਿਆ ਨਹੀਂ। ਅਜੇ ਤਾਂ ਕਮੇਟੀ ਬਣਨੀ ਹੈ ਨਾ, ਕਮੇਟੀ ਬਣ ਕੇ ਤਾਂ ਫੇਰ ਅੱਗੇ ਜਿਹੜਾ ਗੱਲਬਾਤ ਆ ਉਹ ਕਮੇਟੀ 'ਚ ਕਿਹਨੂੰ ਲੈਂਦੇ ਆ ਕਿਹਨੂੰ ਨਹੀਂ ਲੈਂਦੇ, ਉਹ ਮੈਨੂੰ ਲੈਂਦੇ ਆ ਕਿ ਨਹੀਂ ਜਾਂ ਹੋਰ ਕਿਉਂਕਿ ਜਿਹੜੀਆਂ ਖਰੀਆਂ ਮੈਂ ਉੱਥੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਸੁਣਾਤੀਆਂ ਤੇ ਸੁਖਬੀਰ ਸਿੰਘ ਬਾਦਲ ਬੈਠਾ ਦੇਖ ਰਿਹਾ ਸੀਗਾ ਵੀ ਇੱਥੇ ਤਾਂ ਇਹ ਗੱਲ ਦਾਦੂਵਾਲ ਤਾਂ ਬਰਗਾੜੀ ਕਾਂਡ ਦੀ ਕਰ ਰਿਹਾ, ਨਾਲ ਬਹਿਬਲ ਦੀ ਕਰ ਰਿਹਾ, ਨਾਲ ਚੌੜ ਸਿੰਧਵਾਂ ਦੀ ਕਰ ਰਿਹਾ, ਨਾਲ ਸੁਨਾਮ ਸੌਦਾ ਸਾਧ ਕਾਂਡ ਦੀ ਕਰ ਰਿਹਾ। ਤਾਂ ਉਹ ਹੋ ਸਕਦਾ ਉਹਨਾਂ ਨੇ ਤੇ ਵਿੱਚ ਲੈਂਦੇ ਆ ਕਮੇਟੀ ਦੇ ਵਿੱਚ ਕਿ ਨਹੀਂ ਲੈਂਦੇ, ਉਹ ਕਿਸ ਤਰ੍ਹਾਂ ਉਹਨਾਂ ਦੇ ਕਿਸ ਤਰੀਕੇ ਨਾਲ ਕੰਮ ਕਰਦੇ ਤਾਂ ਅਜੇ ਗਾਂਹ ਦੀ ਗੱਲ ਆ ਨਾ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜਮਾ ਸਹੀ ਦੱਸੋ ਕੈਮਰੇ ਕੰਨੀ ਮੂੰਹ ਕਰਕੇ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਜਾਂ ਪੰਜਾਬ ਦੀ ਗੱਲ ਕਰਾਂ, ਅਹਿਮ ਭੂਮਿਕਾ ਨਿਭਾ ਰਹੀ ਹੈ। ਬਿਲਕੁਲ, ਜਿਹੜਾ ਹੈਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀ ਐਸਜੀਪੀਸੀ ਸਾਹਮਣੇ ਆਟੇ 'ਚ ਲੂਣ ਬਣੀ ਹੈ, ਛੋਟੀ ਜੀ ਆ ਅਜੇ, ਉਹ ਵੀ ਫੁੱਲ ਪੂਰੀ ਪਾਵਰ ਜਿਹੜੀ ਹੈ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ 'ਚ ਕੇਸ ਕੀਤਾ ਐਸਜੀਪੀਸੀ ਨੇ, ਸੁਪਰੀਮ ਕੋਰਟ ਦੇ 2014 ਦਾ ਹੀ ਚੱਲ ਰਿਹਾ ਵਾ। ਪਰ ਜਿੰਨਾ ਕੁ ਸਾਡੇ ਕੋਲ ਪ੍ਰਬੰਧ ਆ ਅਸੀਂ ਤਾਂ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ ਹਾਂ, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ, ਆ ਲੈਬੋਰਟਰੀਆਂ ਖੋਲੀਆਂ, ਆਪਣਾ ਕੰਪਿਊਟਰ ਸੈਂਟਰ, ਧਰਮ ਪ੍ਰਚਾਰ ਗੁਰਪੁਰਬਾਂ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ, ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 400 ਸਾਲੇ ਪ੍ਰਕਾਸ਼ ਦਿਹਾੜੇ ਨੂੰ ਚੜ੍ਹਦੀ ਕਲਾ ਨਾਲ ਮਨਾਇਆ, ਚਾਂਦੀ ਦੇ ਸਿੱਕੇ ਜਾਰੀ ਕੀਤੇ, ਕੈਲੰਡਰ ਜਾਰੀ ਕੀਤੇ, ਹੋਰ ਇਸ ਤਰ੍ਹਾਂ ਜਿੰਨਾ ਕੁ ਸਾਡੇ ਕੋਲ ਪ੍ਰਬੰਧ ਆ ਉਸ ਹਿਸਾਬ ਨਾਲ ਮਦਦ ਵਾਲੇ ਥਾਂ ਮਦਦ ਵੀ ਕੀਤੀ ਲੋੜਵੰਦਾਂ ਦੀ, ਜਿੱਥੇ ਕਰ ਸਕਦੇ ਸੀ ਜਿਸ ਤਰੀਕੇ ਦੇ ਨਾਲ, ਔਰ ਜਿੱਥੇ ਖੜ ਸਕਦੇ ਸੀ ਆਵਾਜ਼ ਬੁਲੰਦਾ। ਸੌਦਾ ਸਾਧ ਦੀ ਪਰੋਲ ਹੋਈ, ਸਭ ਤੋਂ ਪਹਿਲਾਂ ਮੈਂ ਵਫਦ ਲੈ ਕੇ ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ ਕਿ ਇਹਨੂੰ ਪਰੋਲ ਕਿਉਂ ਦਿੱਤੀ ਹੈ, ਔਰ ਚਿੱਠੀ ਲਿਖੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਸਾਨੂੰ ਮੌਕਾ ਦਿਓ, ਅਸੀਂ ਜਿਹੜੇ ਬਰਨਿੰਗ ਸਿੱਖ ਇਸ਼ੂ ਆ ਉਹਨਾਂ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਅਸੀਂ ਤਾਂ ਡਿਊਟੀ ਨਿਭਾ ਰਹੇ ਹਾਂ। ਔਰ ਇਹਨਾਂ ਪ੍ਰਬੰਧਾਂ ਦੇ ਛੋਟੇ ਜਿਹੇ ਪ੍ਰਬੰਧਾਂ ਦੇ ਬਾਵਜੂਦ ਵੀ ਤੁਸੀਂ ਦੇਖੋ ਐਸਜੀਪੀਸੀ ਕੋਲੇ ਵੱਡਾ ਪ੍ਰਬੰਧ, ਅਰਬਾਂ ਦਾ ਪ੍ਰਬੰਧ ਆ, ਉਹਨਾਂ ਕੋਲੇ ਅਰਬਾਂ ਦਾ ਬਜਟ ਆ, ਔਰ ਉਹਨਾਂ ਨੇ ਦੇਖੋ 35% ਘਾਟੇ ਦਾ ਬਜਟ ਪੈਸ ਕੀਤਾ ਐਰਕਾ, ਕਿਹਾ ਵੀ ਕਰੋਨਾ ਕਰਕੇ ਸੰਗਤਾਂ ਘੱਟ ਆਈਆਂ ਤੇ 35%, ਪਰ ਅਸੀਂ ਜਿਹੜਾ ਸੀ ਕਰੋਨਾ ਕਾਲ ਦੇ ਵਿੱਚ ਹੀ 25% ਵਾਧੇ ਦਾ ਬਜਟ ਪਾਸ ਕੀਤਾ ਵਾ। ਕਰੋਨਾ ਤੇ ਇੱਧਰ ਵੀ ਸੀਗਾ ਪਰ ਇੱਥੇ 25% ਵਾਧੇ ਦਾ ਅਸੀਂ ਤਾਂ ਪ੍ਰਬੰਧ ਸੁਚੱਜਾ ਕਰ ਰਹੇ ਹਾਂ। ਐਸਜੀਪੀਸੀ ਦਾ ਤਾਂ ਜਵਾਬ ਉਹੀ ਦੇ ਸਕਦੇ ਆ, ਪਰ ਉਹਨਾਂ ਨੇ ਜੋ ਪਿਛਲੇ ਸਮੇਂ ਦੇ ਅੰਦਰ ਕੀਤਾ ਉਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਰਹੀਆਂ ਨੇ, ਔਰ ਜਿਹਦੇ ਤੇ ਸਾਨੂੰ ਕੌਮ ਨੂੰ ਜਿਹੜਾ ਹੈਗਾ ਵਾ ਉਹ ਰੋਸ ਵੀ ਆ ਕਿ ਸਿੱਖ ਇਤਿਹਾਸ ਨਾਂ ਦੀ ਕਿਤਾਬ ਸਾਹਿਬ ਦੀ, ਜਿਹਦੇ 'ਚ ਸਿੱਖ ਗੁਰੂਆਂ ਦੀ ਨਿੰਦਾ ਕੀਤੀ ਗਈ ਆ, ਸਿੱਖ ਯੋਧਿਆਂ ਗੁਰੂਆਂ ਦੀ ਸਿੱਖ ਇਤਿਹਾਸ, ਔਰ ਫਿਰ ਉਹਨਾਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਉੱਥੋਂ ਗਾਇਬ ਕਰ ਦਿੱਤੇ ਆ, ਕਿੱਥੇ ਅੱਜ ਤੱਕ ਪਤਾ ਹੀ ਨਹੀਂ ਆ ਕੌਣ ਦੇ ਗਿਆ, ਕੌਣ ਭੇਟਾ ਲੈ ਗਿਆ, ਕਿਵੇਂ ਉਹਦਾ ਜਵਾਬ ਨਹੀਂ ਦੇ ਰਹੇ ਉਸ ਗੱਲ ਦੇ ਉੱਤੇ। ਇਹਨਾਂ ਗੱਲਾਂ ਕਰਕੇ ਸਵਾਲਾਂ ਦੇ ਘੇਰੇ ਗੁਰੂ ਕੀ ਗੋਲਕ 90-95 ਲੱਖ ਸੌਦਾ ਸਾਹਿਬ ਤੁਸੀਂ ਉੱਥੇ ਸਵਾਲ ਨਹੀਂ ਪੁੱਛੇ ਉਹ ਸ਼੍ਰੋਮਣੀ ਕਮੇਟੀ ਤੋਂ? ਉਸ ਦਿਨ ਜਿਹੜਾ ਸੀ ਨਾ ਮੁੱਦਾ, ਸਰਦਾਰ ਕਹਿੰਦੇ ਹੁੰਦੇ ਆ ਵਿਆਹ ਦੇ ਵਿੱਚ ਬੀ ਦਾ ਲੇਖਾ ਨਹੀਂ ਪੁੱਛਿਆ ਜਾਂਦਾ, ਜਿੱਦਣ ਕਿਤੇ ਦੁਬਾਰਾ ਇਸ ਮੁੱਦਿਆਂ ਤੇ ਗੱਲਬਾਤ ਅਸੀਂ ਕਰਾਂਗੇ, ਉਹਨਾਂ ਨੂੰ ਪਹਿਲਾਂ ਵੀ ਅਸੀਂ ਸਵਾਲ ਕਰਦੇ ਵਾਇਆ ਮੀਡੀਆ ਵੀ ਉੱਦਾਂ ਵੀ, ਪਰ ਉਦੋਂ ਜਿਹੜਾ ਇਕੱਠ ਸੀ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ, ਉਹਦੇ ਸਬੰਧ ਵਿੱਚ, ਤੇ ਉਹਦੇ ਸਬੰਧ ਵਿੱਚ ਸੁਚੇਤ ਕਰਕੇ ਆਏ ਆ ਸ਼੍ਰੋਮਣੀ ਕਮੇਟੀ ਨੂੰ। ਸਰਦਾਰ ਧਾਮੀ ਸਾਹਿਬ ਨੂੰ ਸੰਬੋਧਨ ਕਰਕੇ ਮੈਂ ਜਿੰਨੇ ਆ ਸਵਾਲ ਕੀਤੇ ਕਿ ਧਾਮੀ ਸਾਹਿਬ ਤੁਹਾਡੇ ਅਹੁਦੇ ਦੀ ਬੜੀ ਵੱਡੀ ਮਹਾਨਤਾ ਵਾ, ਅਹੁਦੇ ਦੀ ਪਾਵਰ ਹੈ, ਇਹਨੂੰ ਵਰਤੋ, ਔਰ ਇਹਨੂੰ ਵਰਤ ਕੇ ਉਹਨਾਂ ਲੋਕਾਂ ਨੂੰ ਵੀ ਕਟਹਿਰੇ 'ਚ ਖੜੇ ਕਰੋ ਜਿਹੜੇ ਸੌਦਾ ਸਾਹਿਬ ਦੀ ਪੁਸਤ ਪੁਣਾਈ ਕਰਦੇ ਰਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ, ਔਰ ਜੋ ਪਿਛਲੇ ਸਮੇਂ ਦੇ ਅੰਦਰ ਹੋਇਆ, ਔਰ ਤੁਸੀਂ ਨਿਰਪੱਖਤਾ ਦੀ ਭੂਮਿਕਾ ਨਿਭਾਉਣੀ ਹੈ। ਜੇ ਤੁਹਾਡੀ ਨਿਰਪੱਖ ਭੂਮਿਕਾ ਹੋਊਗੀ, ਤੁਹਾਡੇ ਵਿੱਚੋਂ ਇਹ ਝਲਕ ਨਹੀਂ ਪਊਗੀ ਕਿ ਤੁਸੀਂ ਬਾਦਲ ਪਰਿਵਾਰ ਨੂੰ ਆਕਸੀਜਨ ਦੇਣ ਵਾਸਤੇ ਕੰਮ ਕਰ ਰਹੇ ਹੋ, ਤਾਂ ਕੌਮ ਸਾਥ ਦਊ। ਅਸੀਂ ਨੰਗੇ ਪੈਰੀ ਚੱਲ ਕੇ ਅਕਾਲ ਤਖ਼ਤ ਸਾਹਿਬ ਤੇ ਆਵਾਂਗੇ, ਨੰਗੇ ਪੈਰੀ ਚੱਲ ਕੇ ਜਿੱਥੇ ਕਹੋਗੇ ਉੱਥੇ ਆਵਾਂਗੇ, ਪਰ ਤੁਹਾਡੇ ਕਾਰਜ ਜਿਹੜਾ ਹੈਗਾ ਤੁਹਾਡਾ ਕੰਮ ਕਰਨ ਦਾ ਤਰੀਕਾ, ਜਿਹੜਾ ਜੋ ਤੁਸੀਂ ਕੰਮ ਕਰਨਾ, ਜੋ ਕਾਰਜ ਕਰਨਾ, ਉਹਦੇ ਵਿੱਚ ਬਾਦਲ ਪਰਿਵਾਰ ਨੂੰ ਆਕਸੀਜਨ ਦੇਣ ਦਾ, ਕਿਉਂਕਿ ਇਸ ਵੇਲੇ ਪੰਥ ਉਹਨੂੰ ਨਕਾਰ ਚੁੱਕਾ, ਉਹਨੂੰ ਆਕਸੀਜਨ ਦੇਣ ਵਾਸਤੇ ਨਾ ਤੁਹਾਡਾ ਕੰਮ ਹੋਵੇ ਕਿ ਤੁਸੀਂ ਉਹਨੂੰ ਆਕਸੀਜਨ, ਉਹਨੂੰ ਖੜਾ ਕਰਨ ਵਾਸਤੇ, ਉਹਨੂੰ ਸਿਆਸੀ ਲਾਭ ਦੇਣ ਵਾਸਤੇ ਕੰਮ ਕਰ ਰਹੇ ਹੋ। ਇਹ ਝਲਕ ਪੰਥ ਨੂੰ ਨਹੀਂ ਪੈਣੀ ਚਾਹੀਦੀ। ਪੰਥ ਨੂੰ ਲੱਗੇ ਕਿ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਿਭਾ ਰਹੀ ਆ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ, ਚਾਹੇ ਬੇਅਦਬੀਆਂ ਦੇ ਮੁੱਦੇ। ਮੈਂ ਤਾਂ ਧਾਮੀ ਸਾਹਿਬ ਨੂੰ ਪਰਸਨਲ ਕਹਿ ਕੇ ਆਇਆ, ਮੈਂ ਕਿਹਾ ਧਾਮੀ ਸਾਹਿਬ ਜਦੋਂ ਬੇਅਦਬੀ ਹੋਈ ਆ, ਅਵਤਾਰ ਸਿੰਘ ਮੱਕੜ ਪ੍ਰਧਾਨ ਸੀ, ਅੱਜ ਤੱਕ ਬਰਗਾੜੀ ਨਹੀਂ ਗਏ, ਹੁਣ ਤਾਂ ਚਲੋ ਚੜ੍ਹਾਈ ਕਰ ਗਏ, ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀ, ਬਰਗਾੜੀ ਨਹੀਂ ਗਏ। ਮੈਂ ਕਿਹਾ ਤੁਸੀਂ ਪ੍ਰਧਾਨ ਬਣੇ ਹੋ, ਬਰਗਾੜੀ ਜਾਓ, ਬੁਰਜ ਜਵਾਹਰ, ਉਹ ਕਹਿੰਦੇ ਮੈਂ ਬਹਿਬਲ ਜਾ ਕੇ ਆਇਆ। ਮੈਂ ਕਿਹਾ ਬੁਰਜ ਜਵਾਹਰ ਸਿੰਘ ਵਾਲੇ ਜਾ ਕੇ ਆਓ, ਕੋਟਕਪੂਰੇ ਬੱਤੀਆਂ ਵਾਲੇ ਚੌਂਕ ਜਾ ਕੇ ਆਓ, ਜਿੱਥੇ ਬਾਦਲਾਂ ਦੀ ਫੋਰਸ ਨੇ ਸਾਡੇ ਤੇ ਲਾਠੀ ਚਾਰਜ ਕੀਤਾ, ਜਿੱਥੇ ਸਾਡੇ ਸਿੰਘ ਸ਼ਹੀਦ ਕੀਤੇ, ਜਿੱਥੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਔਰ ਉਹ ਸਾਰਾ ਕੁਝ ਮੈਂ ਕਿਹਾ ਧਿਆਨ 'ਚ ਰੱਖੋ। ਬਰਗਾੜੀ ਕਾਂਡ ਤੇ ਆ ਦੇਖੋ ਜਿਹੜੀ ਸਿੱਟ ਬਣੀ, ਪਹਿਲਾਂ ਤਾਂ ਰਣਵੀਰ ਸਿੰਘ ਖੱਟੜਾ ਵਾਲੀ DIG ਵਾਲੀ, ਬਾਅਦ 'ਚ SPS ਪਰਮਾਰ ਦੀ, ਉਹਨਾਂ ਨੇ ਤਿੰਨੇ ਇਸ ਗੱਲ ਤੇ ਮੈਂ ਦੇਖੋ ਆ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਜਿਹੜਾ ਚਲਾਨ ਪੇਸ਼ ਕੀਤਾ 3 FIRਾਂ ਦਾ, ਉਹਦੀ ਬੁੱਕ ਹੈ, ਚਲਾਨ ਦੀ ਕਾਪੀ ਆ,
ਐਸਪੀਐਸ ਪਰਮਾਰ ਜਿਹੜੀ ਸਿੱਟ ਆ ਉਹਨਾਂ ਨੇ ਬੜੇ ਜੋ ਸਾਰੀ ਖੋਜ ਕਰਕੇ ਔਰ ਇਹਦੇ ਚ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਕੇ ਕਿ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਖ ਮਾਸਟਰ ਮਾਈਂਡ ਆ ਉਹ ਰਾਮ ਰਹੀਮ ਆ, ਉਹਦੇ ਡੇਰੇ 'ਚ ਸਾਜ਼ਿਸ਼ ਹੋਈ, ਉਹਦੇ ਬੰਦੇ ਚਾਹੇ ਉਹ ਮਹਿੰਦਰਪਾਲ ਬਿੱਟੂ ਸੀ, ਚਾਹੇ ਉਹ ਸੰਦੀਪ ਬਰੀਟਾ ਸੀ, ਹਰਸ ਧੂਰੀ ਸੀਗਾ, ਪ੍ਰਦੀਪ ਕਲੇਰ ਸੀ, ਇਹਨਾਂ ਸਾਰਿਆਂ ਨੇ ਜਿਹੜੀ ਆ ਸਾਜ਼ਿਸ਼ ਰਚੀ ਆ, ਅੱਗੋਂ ਡਿਊਟੀਆਂ ਲੱਗੀਆਂ ਨੇ, ਉਹਦੇ 'ਚ ਦੋਸ਼ੀ ਕਰਾਰ ਦੇ ਕੇ ਤੇ ਇਹਦਾ ਚਲਾਨ ਜਿਹੜਾ ਇਹ ਚਲਾਨ ਦੀ ਕਾਪੀ ਹੈ, ਚਲਾਨ ਦੀ ਬੁੱਕ ਆ ਜਿਹੜੀ ਮੈਨੂੰ ਐਸਪੀਐਸ ਪਰਮਾਰ ਨੇ ਭੇਟ ਕੀਤੀ ਆ ਔਰ ਇਹਦੇ 'ਚ ਸਾਰਾ ਮੈਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਡੇਰੇ ਵਾਲਿਆਂ ਨੇ ਬਣਾਈ ਸੀਗੀ ਸੌਦਾ ਸਾਧ ਦੇ ਇਸ਼ਾਰੇ ਤੇ ਜੋ ਉਹਨੇ ਡਿਊਟੀਆਂ ਲਾਈਆਂ ਉਹ ਵੀ ਇਹਦੇ ਵਿੱਚ ਦਰਜ ਆ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨਾ ਬੜਾ ਜ਼ਰੂਰੀ ਆ, ਨਹੀਂ ਤੇ ਡੇਰੇ ਦਾ ਪ੍ਰਚਾਰ ਰੁਕ ਰਿਹਾ, ਉਹ ਡੇਰੇ ਦੇ ਪ੍ਰਚਾਰ ਨੂੰ ਬੜੀ ਸੱਟ ਮਾਰ ਰਿਹਾ ਧਰਮ ਦਾ ਪ੍ਰਚਾਰ ਕਰਕੇ, ਇਹ ਸਾਰਾ ਕੁਝ ਇਹਦੇ ਵਿੱਚ ਦਰਜ ਆ। ਪਰ ਇਹਦੇ ਵਾਸਤੇ ਮੈਂ ਧਾਮੀ ਸਾਹਿਬ ਨੂੰ ਕਿਹਾ, ਮੈਂ ਕਿਹਾ ਖੁਦ ਜਾਣਾ ਪੈਣਾ, ਜਿੱਥੇ ਸਾਡੀ ਪਰਸਨਲ ਗੱਲਬਾਤ ਹੋਊਗੀ ਉੱਥੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦਾ ਅਹਿਸਾਸ ਦਿਵਾਵਾਂਗੇ। ਪਰ ਜਿਸ ਮੁੱਦੇ ਤੇ ਇਕੱਠ ਹੋਇਆ ਅਸੀਂ ਉੱਥੇ ਉਸ ਮੁੱਦੇ ਦੀ ਗੱਲ ਕੀਤੀ ਔਰ ਜਿਹੜੇ ਗੁਨਾਹਗਾਰ ਸੀ ਉਹਨਾਂ ਦਾ ਵੀ ਧਾਮੀ ਸਾਹਿਬ ਨੂੰ ਕਿਹਾ ਵੀ ਆਹ ਬੰਦੇ ਗੁਨਾਹਗਾਰ, ਇਹਨਾਂ ਨੂੰ ਕਟਹਿਰੇ 'ਚ ਖੜਾ ਕਰੋ। ਤੁਸੀਂ ਬਗਰਾੜੀ ਮੋਰਚੇ ਦੀ ਗੱਲ ਕੀਤੀ ਹੈ, ਤੁਸੀਂ ਬਹੁਤ ਮੀਡੀਆ ਰਾਹੀਂ ਵੀ ਇਹ ਗੱਲ ਕਹਿੰਦੇ ਹੋ ਕਿ ਬਹੁਤ ਪ੍ਰਾਪਤੀ ਹੈ ਜੀ ਬਗਰਾੜੀ ਮੋਰਚੇ ਦੀ। ਜੇ ਪ੍ਰਾਪਤ ਸੀ ਦਾਦੂਵਾਲ ਸਾਹਿਬ ਤਾਂ ਕੀ ਲੋੜ ਕੀ ਪੈ ਗਈ ਹੁਣ ਦੂਰੀਵਾਲ ਜਿਹੜਾ ਬਗਰਾੜੀ ਮੋਰਚਾ ਲੱਗਿਆ? ਦੇਖੋ ਜਿਹੜੀਆਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਕੋਈ ਵੀ ਮੋਰਚਾ ਲੱਗਦਾ ਕੁਝ ਪ੍ਰਾਪਤੀਆਂ ਹੁੰਦੀਆਂ, ਕੁਝ ਅਧੂਰੀਆਂ ਰਹਿ ਜਾਂਦੀਆਂ। ਗੁਰਬਖਸ਼ ਸਿੰਘ ਵੇਲੇ ਜਿਹੜਾ ਸੀਗਾ ਉਦੋਂ ਵੀ ਪ੍ਰਾਪਤੀਆਂ ਹੋਈਆਂ, ਬਾਪੂ ਸੂਰਜ ਸਿੰਘ ਵੇਲੇ ਹੋਈਆਂ, ਬਰਗਾੜੀ ਵੇਲੇ ਵੀ ਹੋਈਆਂ, ਕਿੰਨੀਆਂ ਪ੍ਰਾਪਤੀਆਂ ਹੋਈਆਂ। ਦੇਖੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਨੌਕਰੀਆਂ ਮਿਲੀਆਂ, ਫਿਰ ਜਿਹੜੀ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਦਾ, ਉਹਦੀ ਰਿਪੋਰਟ ਜਿਹੜੀ ਸੀ ਉਹ ਸਬਮਿਟ ਹੋ ਗਈ, ਵਿਧਾਨ ਸਭਾ 'ਚ ਟੇਬਲ ਹੋਈ, ਉਹਦੇ ਤੇ ਸਿੱਟ ਬਣੀ, ਜਾਂਚ ਹੋਈ, ਅਣਪਛਾਤੀ ਪੁਲਿਸ ਪਛਾਣੀ ਗਈ, ਕਿੰਨਾ ਕੁਛ ਹੋਇਆ। ਇਹ ਵੱਖਰੀ ਗੱਲ ਹੈ ਕਿ ਸਾਰੀ ਪ੍ਰਾਪਤੀ ਨਹੀਂ ਹੋਈ, ਸਾਡੇ ਮੋਰਚਾ ਡਿਕਟੇਟਰ ਨੇ ਸਹੀ ਸਮੇਂ ਤੇ ਜਿਹੜਾ ਸੀ ਸਹੀ ਡਿਸੀਜਨ ਨਹੀਂ ਲਿਆ, ਜਿਹੜਾ ਆਖਰੀ ਸਮੇਂ ਡਿਸੀਜਨ ਲਿਆ। ਮੈਂ ਤਾਂ ਕਹਿ ਚੁੱਕਾ, ਮੀਡੀਆ 'ਚ ਕਿੰਨੀ ਵਾਰ ਕਹਿ ਚੁੱਕਿਆ, ਮੇਰਾ ਅੱਜ ਤੱਕ ਜਵਾਬ, ਮੈਂ 3 ਪ੍ਰਸ਼ਨ ਆਪਣੇ ਮੋਰਚਾ ਡਿਕਟੇਟਰ ਤੇ ਕੀਤੇ, ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ। ਮੈਂ ਉਹਨਾਂ ਤੋਂ 3 ਪ੍ਰਸ਼ਨ ਰੱਖੇ ਸੀ ਕਿ ਮੈਨੂੰ ਦੱਸੋ ਮੋਰਚਾ ਚੱਕਣ ਦੀ ਕਾਹਲੀ ਕੀ ਸੀਗੀ, ਨੰਬਰ 1 ਮੋਰਚਾ ਚੱਕਣ ਦੀ ਮਜਬੂਰੀ ਕੀ ਸੀ, ਤੇ ਨੰਬਰ 3 ਜਿਹੜਾ ਸੀਗਾ ਉਹਨਾਂ ਨੂੰ ਮੈਂ ਦੱਸਿਆ ਵੀ ਜਿਹੜਾ ਤੁਸੀਂ ਮੋਰਚਾ ਜਿਹੜਾ ਚੱਕਿਆ ਵਾ ਦੱਸੋ ਵੀ ਇਹ ਕਿਉਂ ਚੱਕਿਆ ਗਿਆ, ਕਿਹਦੇ ਕਹਿਣ ਤੇ ਚੱਕਿਆ ਤੁਸੀਂ, ਕਿਉਂਕਿ ਸਾਨੂੰ ਤਾਂ ਬੇਵਿਸ਼ਵਾਸੀ 'ਚ ਰੱਖਿਆ। ਅੱਜ ਮੈਂ ਤਾਂ ਉਦੋਂ ਤੋਂ ਹੀ ਕਹਿੰਦਾ ਆ ਰਿਹਾ, ਸਾਰੀ ਇੰਟਰਵਿਊ ਤੁਸੀਂ ਸੁਣੀਆਂ, ਅੱਜ ਤੱਕ ਮੈਨੂੰ ਇਹਦਾ ਜਵਾਬ ਨਹੀਂ ਦਿੱਤਾ। ਮਜਬੂਰੀ ਕੀ ਸੀ, ਕਾਹਲੀ ਕੀ ਸੀ, ਤੇ ਕਿਉਂ ਚੱਕਿਆ ਗਿਆ, ਕਿਹਦੇ ਕਹਿਣ ਤੇ ਤੁਸੀਂ ਚੱਕਿਆ, ਦੱਸੋ ਸੰਗਤ ਨੂੰ, ਪੰਥ ਨੂੰ। ਔਰ ਉਹਨਾਂ ਨੇ ਅਕਾਲ ਤਖਤ ਤੇ ਜਾ ਕੇ ਮੁਆਫੀ ਮੰਗੀ। ਹੁਣ ਤਾਂ ਸਾਰਿਆਂ ਦਾ ਭੁਲੇਖਾ ਨਿਕਲ ਜਾਣਾ ਚਾਹੀਦਾ, ਜਿਹੜੇ ਕਹਿੰਦੇ ਇਹ ਦਾਦੂਵਾਲ ਵੀ ਨਾਲ ਸੀਗੇ, ਹੁਣ ਤਾਂ ਭੁਲੇਖਾ ਨਿਕਲ ਜਾਣਾ ਚਾਹੀਦਾ ਵੀ ਮੋਰਚਾ ਦਾਦੂਵਾਲ ਨੇ ਨਹੀਂ ਚੱਕਿਆ ਨਾ ਚੁਕਾਇਆ, ਜਿਹੜੇ ਮੋਰਚਾ ਡਿਕਟੇਟਰ ਨੇ ਮੋਰਚਾ ਚੱਕਿਆ, ਅਕਾਲ ਤਖਤ ਤੇ ਜਾ ਕੇ ਪੰਥ ਕੋਲੋਂ ਮਾਫੀ ਮੰਗੀ ਆ। ਕੌਣ ਸੀ? ਜਥੇਦਾਰ ਮੰਡ ਸਾਹਿਬ, ਉਹਨਾਂ ਨੇ ਅਕਾਲ ਤਖਤ ਤੇ ਜਾ ਕੇ ਮਾਫੀ ਮੰਗੀ ਆ ਵੀ ਪੰਥ ਕੋਲੋਂ ਮੈਂ ਖਿਮਾ ਮੰਗਦਾ, ਜੋ ਮੇਰੇ ਤੋਂ ਗਲਤੀ ਹੋਈ ਆ, ਮੈਂ ਭਰੋਸਾ ਕਰ ਗਿਆ ਸਰਕਾਰ ਤੇ। ਕੈਪਟਨ ਅਮਰਿੰਦਰ ਸਾਰਾ ਹੋ ਗਿਆ ਸੀ ਦਾਦੂਵਾਲ ਸਾਹਿਬ, ਇਹ ਤਾਂ ਤੁਸੀਂ ਮੰਡ ਸਾਹਿਬ ਤੋਂ ਲੈ ਸਕਦੇ ਹੋ, ਉਹਨਾਂ ਨੇ ਤਾਂ ਸਟੇਜ ਤੇ ਹੀ ਦੱਸਤਾ ਸੀਗਾ। ਬੜਾ ਰੌਲਾ ਪੈਂਦਾ ਕਈ ਵਾਰ, ਜਿਹਨੇ 10 ਰੁਪਏ ਦਿੱਤੇ ਨਹੀਂ ਹੁੰਦੇ ਉਹ ਵੀ ਜਾਣ ਕੇ ਰੌਲਾ ਪਾਉਂਦਾ, ਜਿਨ੍ਹਾਂ ਨੇ ਦਿੱਤੇ ਸੀ ਉਹ ਅਜੇ ਨਹੀਂ ਕਰਦੇ। ਤੇ ਪਰ ਉਹਦਾ ਵੀ ਮੰਡ ਸਾਹਿਬ ਨੇ ਸਟੇਜ ਤੇ ਕਹਿ ਦਿੱਤਾ ਸੀਗਾ, ਦੱਸਤਾ ਵੀ ਇਸ ਮੋਰਚੇ ਦੇ ਵਿੱਚੋਂ ਨਾ 10 ਰੁਪਏ ਦਾਦੂਵਾਲ ਨੇ, ਨਾ ਅਜਨਾਲੇ ਨੇ, ਨਾ ਕਿਸੇ ਜਥੇਬੰਦੀ ਨੇ ਲਏ ਆ। ਜੋ ਪੈਸੇ ਆਏ ਮੇਰੇ ਕੋਲ ਆ, ਇੰਨੇ ਖਰਚ ਹੋ ਗਏ, ਇੰਨੇ ਬਾਕੀ ਆ ਪਏ ਆ। ਤੇ ਅਸੀਂ ਕਹਿਤਾ ਮੈਂ ਹੀ ਸਟੇਜ ਦੀ ਸੇਵਾ ਨਿਭਾ ਰਿਹਾ, ਮੈਂ ਕਿਹਾ ਮੰਡ ਸਾਹਿਬ ਇਹ ਵੀ ਤੁਹਾਡੇ ਹੀ ਲੈ ਜਾਓ, ਤੁਸੀਂ ਪੈਸਾ ਨਹੀਂ, ਕੌਮ ਨੂੰ ਰਿਜ਼ਲਟ ਚਾਹੀਦਾ, ਇਹ ਤੁਸੀਂ ਲੈ ਜਾਓ। 22-26 ਲੱਖ ਪਤਾ ਨਹੀਂ ਕਿੰਨਾ ਬਚਿਆ ਸੀਗਾ, ਉਹ ਵੀ ਉਹਨਾਂ ਨੂੰ ਹੀ ਦੇ ਦਿੱਤਾ ਸੀਗਾ। ਸੋ ਇਸ ਕਾਰਨ ਕਰਕੇ ਇਹ ਏਡੇ ਵੱਡੇ ਮਸਲਿਆਂ 'ਚ ਮੈਂ ਸਮਝਦਾ ਪੈਸਾ ਕੋਈ ਮਸਲਾ ਨਹੀਂ ਹੈ। ਗੱਲ ਸੀ ਮੋਰਚਾ ਜਿਸ ਵਾਸਤੇ ਲਾਇਆ ਸੀ ਉਹ ਹੱਲ ਹੁੰਦਾ। ਤੁਸੀਂ ਹੁਣ ਮੋਰਚੇ 'ਚ ਕਿਉਂ ਨਹੀਂ ਗਏ? ਹਾਂਜੀ, ਤੁਸੀਂ ਹੁਣ ਮੋਰਚੇ 'ਚ ਕਿਉਂ ਨਹੀਂ ਗਏ? ਨਹੀਂ, ਮੈਂ ਜਾ ਕੇ ਆਇਆ, ਬਾਈਬਲ ਚੱਲ ਰਿਹਾ ਮੋਰਚਾ, ਔਰ ਮੈਂ ਕਿੰਨੀ ਵਾਰੀ ਜਾ ਕੇ ਆਇਆ ਉੱਥੇ। ਕਿੰਨੀ ਵਾਰ ਸਰਕਾਰ ਨੇ 3 ਮਹੀਨੇ ਲਏ ਨੇ। ਮੈਂ ਉਸ ਵੇਲੇ ਇੰਗਲੈਂਡ ਸੀਗਾ ਜਦੋਂ ਸਰਕਾਰ ਉੱਥੇ ਆਈ ਆ, ਉਦੋਂ ਮੈਂ 20 ਦਿਨਾਂ ਦੇ ਇੰਗਲੈਂਡ ਧਰਮ ਪ੍ਰਚਾਰ ਦੌਰੇ ਤੇ ਸੀ। ਪਰ ਉੱਥੇ ਜਿਹੜੇ ਸ਼ਹੀਦ ਪਰਿਵਾਰ ਬੈਠੇ ਆ, ਮੈਂ ਤਾਂ ਦੂਜੇ ਤੀਜੇ ਦਿਨ ਹੀ ਉਹਨਾਂ ਕੋਲ ਚਲੇ ਗਿਆ, ਹਮੇਸ਼ਾ ਉਹਨਾਂ ਦਾ ਸਹਿਯੋਗ ਦਿੱਤਾ, ਸਾਥ ਦਿੱਤਾ। ਆ ਮੇਰੇ ਤੋਂ ਬਾਅਦ ਸਗੋਂ ਉੱਥੇ ਇੱਕ ਆ ਗਏ, ਉੱਦਾਂ ਹੀ ਪਤਾ ਨਹੀਂ ਕਿਉਂ ਲੱਲੀ ਛੱਲੀ ਜੇ ਬੰਦੇ, ਨਾ ਕੋਈ ਗੱਲ ਨਾ ਕਹਾਣੀ, ਜਿਨ੍ਹਾਂ ਦੀ ਕੋਈ ਦੇਣ ਨਹੀਂ ਆ, ਉਹ ਐਵੇਂ ਜਾ ਕੇ ਉਹ ਹਾਈਲਾਈਟ ਹੋਣ ਵਾਸਤੇ ਵੀ ਦਾਦੂਵਾਲ ਤੇ ਬੋਲੋ ਇੱਥੇ ਜਾਂ ਫਲਾਣੇ ਤੇ ਬੋਲੋ ਖਿਲਾਫ ਤੇ ਸਹੀ ਹਾਈਲਾਈਟ ਹੋ ਜਾਈਏ, ਉਹ ਇਹੋ ਜਿਹਾ ਕੁਝ ਸੋਚਦੇ ਆ। ਪਰ ਮੈਂ ਤਾਂ ਉਹਨਾਂ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਸਤਿਕਾਰ ਦੇ ਨਾਲ ਕਿਸੇ ਦੀ ਵੀ ਗੱਲਬਾਤ ਬੈਠ ਕੇ ਕਰੋ ਵੀ ਅਸਲ ਗੱਲ ਕੀ ਹੈ, ਬਿਨਾਂ ਮਤਲਬ ਤੋਂ ਇਦਾਂ ਦਾ ਨਹੀਂ। ਅਸੀਂ ਉੱਥੇ ਸਹਿਯੋਗ ਦਿੱਤਾ, ਹੁਣ ਵੀ ਤੁਸੀਂ ਉਹਨੂੰ ਜਾ ਕੇ ਪੁੱਛੋ ਜਿਹੜਾ ਉੱਥੇ ਬੈਠਾ ਵਾ, ਭਾਈ ਸੁਖਰਾਜ ਸਿੰਘ ਵੀ ਦਾਦੂਵਾਲ ਨੇ ਕੀ ਸਹਿਯੋਗ ਦਿੱਤਾ ਇਸ ਮੋਰਚੇ ਦੇ ਵਾਸਤੇ ਜਿਹੜਾ ਉਹ ਲਾਈ ਬੈਠਾ ਵਾ।
ਉਹਦੇ ਵਾਸਤੇ ਆਵਾਜ਼ ਬੁਲੰਦ ਕੀਤੀ ਹਮੇਸ਼ਾ ਸਰਕਾਰਾਂ ਨੂੰ। ਮੈਂ ਕਿੰਨੀ ਵਾਰ ਉੱਥੇ ਬਹਿ ਕੇ ਆਪਣਾ ਜਿਹੜਾ ਹੈਗਾ ਵਾ ਮੀਡੀਆ ਨੂੰ ਸੰਬੋਧਨ ਹੋ ਕੇ ਆਇਆ। ਸੈਂਪਲ ਨਾਲ ਤੁਹਾਡੀ ਕਾਫੀ ਤਸਵੀਰਾਂ ਵੀ ਵਾਇਰਲ ਹੋਈਆਂ ਸੀ, ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਉਹਨਾਂ ਕੋਲ? ਨਹੀਂ, ਉਹ ਤਾਂ ਇੱਥੇ ਸਾਂਪਲਾ ਸਾਹਿਬ ਤਾਂ ਇੱਥੇ ਆ ਰਹੇ ਸੀ ਨਾ ਮੇਰੇ ਕੋਲੇ, ਉਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ। ਉਹ ਅਕਾਲ ਤਖਤ ਤੇ ਗਏ, ਕਿਸੇ ਨੇ ਵਿਰੋਧ ਨਹੀਂ ਕੀਤਾ। ਨਾਨਕਸਰ ਗਏ, ਕਿਸੇ ਨੇ ਵਿਰੋਧ ਨਹੀਂ ਕੀਤਾ। ਜਦੋਂ ਮੇਰੇ ਕੋਲ ਆ ਰਹੇ ਸੀ ਤਾਂ ਇੱਥੇ ਵਿਰੋਧ ਕੀਤਾ। ਬਤੌਰ ਮੈਂ ਵੀ ਇੱਕ ਪ੍ਰੈਜ਼ੀਡੈਂਟ, ਇਲੈਕਟਡ ਪ੍ਰੈਜ਼ੀਡੈਂਟ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਸੀਗੇ ਇਹੀ ਜਿਹੜੇ ਐਸੀ ਮੁੱਦਿਆਂ ਦੇ ਉੱਪਰ, ਪਰ ਉਹ ਨਹੀਂ, ਵਿਰੋਧ ਕਰ ਦਿੱਤਾ। ਉਹ ਵਾਪਸ ਮੈਂ ਹੀ ਕਹਿ ਦਿੱਤਾ, ਮੈਂ ਕਿਹਾ ਚਲੇ ਜਾਓ, ਕੋਈ ਗੱਲ ਨਹੀਂ। ਬਾਅਦ 'ਚ ਸਾਡਾ ਤਾਲਮੇਲ ਹੁੰਦਾ ਰਹਿੰਦਾ। ਹੁਣ ਵੀ ਉਹਨਾਂ ਨੇ ਚੇਅਰਮੈਨੀ ਦੀ ਸਹੁੰ ਚੱਕੀ ਆ ਦੁਬਾਰਾ ਉਹਨਾਂ ਨੇ, ਕਿਉਂਕਿ ਉਦੋਂ ਇਲੈਕਸ਼ਨ ਲੜੀ ਸੀ, ਅਸਤੀਫਾ ਦੇ ਕੇ ਮੈਨੂੰ ਇਨਵਾਈਟ ਕੀਤਾ, ਮੈਂ ਜਾ ਕੇ ਆਇਆ ਬਕਾਇਦਾ। ਜਿੱਦਣ ਉਹ ਤੁਹਾਡਾ ਵਕਤ ਮਿਲਿਆ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਉਹ ਗੱਲਬਾਤ ਉਹਨਾਂ ਨਾਲ ਵੀ ਹੋਈ, ਮਿਨੋਰਟੀ ਕਮਿਸ਼ਨ ਨਾਲ ਵੀ ਹੋਈ ਆ ਸਾਡੀ, ਮਿਨੋਰਟੀ ਕਮਿਸ਼ਨ ਨਾਲ ਵੀ, ਐਸਸੀ ਕਮਿਸ਼ਨ ਦੇ ਨਾਲ ਵੀ, ਹੋਰ ਵੀ ਜਿਹੜਾ ਕੋਈ ਮੰਤਰੀ ਸਾਨੂੰ ਮਿਲਦਾ। ਜਿਹੜੀ ਸਰਕਾਰ, ਦੇਖੋ ਪਹਿਲੀ ਗੱਲ ਤੇ ਇਹ ਜਿਹੜੀ ਸਰਕਾਰ ਹੋਏ ਗੱਲ ਉਹਦੇ ਨਾਲ ਹੀ ਹੁੰਦੀ ਹੈ। ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਪੰਜਾਬ 'ਚ, ਅਸੀਂ ਅਕਾਲੀ ਦਲ ਦੇ ਮੁੱਖ ਮੰਤਰੀ ਨੂੰ ਮਿਲਦੇ ਸੀ, ਉਦੋਂ ਕਾਂਗਰਸ ਦੇ ਨੂੰ ਨਹੀਂ ਮਿਲਦੇ। ਉਹਨਾਂ ਨੂੰ ਜਾ ਕੇ ਕਹੀਦਾ ਸੀ ਵੀ ਆਹ ਮਸਲਾ ਹੱਲ ਕਰੋ। ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਜਦੋਂ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਲੱਗਾ। ਕਹਿੰਦੇ ਤੁਸੀਂ ਬੀਜੇਪੀ ਦੇ ਬਾਬੂ ਸੂਰਤ ਸਿੰਘ ਵੇਲੇ ਵੀ ਇਹ ਤਾਂ ਐਵੇਂ ਜਾਣ ਬੁੱਝ ਕੇ ਵਿਰੋਧ ਹੁੰਦਾ। ਅਕਾਲੀਆਂ ਨੇ ਕਹੀ ਜਾਣਾ, ਬੀਜੇਪੀ ਦਿਆਂ ਨੇ ਕਹਿ ਦੇਣਾ ਇਹ ਤਾਂ ਆਪਣਾ ਹੈਗੇ ਆ ਅਕਾਲੀ ਦਲ ਦੇ, ਅਕਾਲੀ ਦਲ ਵਾਲਿਆਂ ਕਹਿ ਦੇਣਾ ਕਾਂਗਰਸ ਦੇ। ਇਹ ਤਾਂ ਸਾਰਿਆਂ ਨੇ ਇਹਨਾਂ ਦਾ, ਅਸੀਂ ਤਾਂ ਹਮੇਸ਼ਾ ਮੁੱਦਿਆਂ ਤੇ ਸੰਘਰਸ਼ ਕੀਤਾ, ਧਰਮ ਦਾ ਪ੍ਰਚਾਰ ਕੀਤਾ। ਸਾਨੂੰ ਕਿਸੇ ਨਾਲ ਨਹੀਂ, ਜਿਹਦੀ ਸਰਕਾਰ ਉਹਦੇ ਨਾਲ ਗੱਲ ਕਰਨੀ। ਇੱਥੇ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਰਿਆਣਾ ਸੀ, ਉਹਨਾਂ ਨੂੰ ਵਫਦ ਲੈ ਕੇ ਮਿਲ ਕੇ ਉਹਨਾਂ ਨਾਲ ਗੱਲ ਕੀਤੀ ਹੈ। ਕੇਂਦਰ ਦੇ ਵਿੱਚ ਉਹਨਾਂ ਦੇ ਜਿਹੜੇ ਮਿਨੋਰਟੀ ਕਮਿਸ਼ਨ ਆ ਜਾਂ ਐਸਸੀ ਕਮਿਸ਼ਨ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਇਹ ਕਹਿਣ ਨਾਲ ਕਿਸੇ ਨਾਲ ਕੋਈ ਨਹੀਂ। ਬਾਕੀ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਤੱਕ ਕੋਈ ਗੱਲ ਹੀ ਨਹੀਂ ਸੀ ਐਸੀ। ਜਿਹੜੇ 14 ਤੋਂ ਮੈਂਬਰ ਚਲੇ ਆ ਰਹੇ, ਉਹਨਾਂ ਨੇ ਜਰਨਲ ਹਾਊਸ ਨੇ ਸਰਬਸੰਮਤੀ ਨਾਲ ਬਣਾਇਆ, ਤੇ ਬਾਅਦ 'ਚ ਮੈਨੂੰ ਇੱਥੇ ਬੈਠੇ ਨੂੰ ਆ ਕੇ ਧੱਕੇ ਦੇ ਨਾਲ ਜਿਹੜਾ ਹੀ ਇਲੈਕਟਡ ਪ੍ਰੈਜ਼ੀਡੈਂਟ ਉਹਨਾਂ ਮੈਂਬਰਾਂ ਨੇ ਬਣਾਇਆ। ਜਿਹੜੇ 14 ਜਦੋਂ ਕਾਂਗਰਸ ਦੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੀਗੀ, ਉਸ ਵੇਲੇ ਦੇ ਬਣੇ ਮੈਂਬਰਾਂ ਨੇ, ਉਹ ਬੀਜੇਪੀ ਦੇ ਮੈਂਬਰ ਨਹੀਂ ਸੀਗੇ। ਉਸ ਵੇਲੇ ਕਾਂਗਰਸ ਦੇ ਬਣਾਏ ਹੋਏ ਮੈਂਬਰਾਂ ਨੇ ਮੈਨੂੰ ਬਣਾਇਆ। ਇਹ ਵੱਖਰੀ ਗੱਲ ਆ ਕਿ ਬਾਅਦ ਵਿੱਚ ਮੈਂ 10 ਮੈਂਬਰ ਸਰਕਾਰ ਨੂੰ ਕਿਹਾ ਵੀ ਆ ਸਾਡੇ ਘਟਦੇ ਆ, ਇਹਨਾਂ ਦਾ ਕੋਰਮ ਪੂਰਾ ਕੀਤਾ ਜਾਵੇ, ਤੇ ਉਹ ਸਰਕਾਰ ਨੇ ਕਰਨੇ। ਉਹ 10 ਮੈਂਬਰ ਸਾਡੇ ਨੋਮੀਨੇਟ ਕੀਤੇ। ਕਹਿੰਦੇ ਪ੍ਰਧਾਨ ਹੀ ਕਹਿੰਦੇ ਬੀਜੇਪੀ ਨੇ ਬਣਾਇਆ ਸੀ ਦਾਦੂਵਾਲ ਸਾਹਿਬ। ਮੈਂ ਤਾਂ ਦੱਸ ਦਿੱਤਾ, ਮੈਂ ਤਾਂ ਕਹਿ ਚੁੱਕਾ ਨਾ ਤੁਹਾਨੂੰ ਪਹਿਲਾਂ ਹੀ ਵੀ ਉਸ ਵੇਲੇ ਜਿਹੜੇ ਮੈਂਬਰ ਸੀਗੇ ਉਹ 14 ਦੇ ਬਣਾਏ ਹੋਏ, ਕਾਂਗਰਸ ਸਰਕਾਰ ਦੇ ਬਣਾਏ ਹੋਏ ਨੋਮੀਨੇਟ ਕੀਤੇ ਮੈਂਬਰ ਸੀਗੇ। ਉਹਨਾਂ ਨੇ ਜਰਨਲ ਹਾਊਸ ਨੇ ਮੈਨੂੰ ਸਰਬਸੰਮਤੀ ਨਾਲ ਬਣਾਇਆ, ਬਾਅਦ 'ਚ ਇਲੈਕਟਡ ਬਣਾਇਆ। ਉਹਦੇ 'ਚ ਵੋਟਾਂ ਪਈਆਂ ਨੇ, ਮੈਂਬਰਾਂ ਦੀਆਂ ਪਈਆਂ ਨੇ, ਕੋਈ ਐਮਐਲਏਆਂ ਦੀਆਂ ਵੋਟਾਂ ਨਹੀਂ ਪਈਆਂ ਜਾਂ ਸਰਪੰਚਾਂ ਦੀਆਂ ਵੋਟਾਂ ਨਹੀਂ ਉਹ 'ਚ ਪਈਆਂ, ਜਾਂ ਐਮਪੀਆਂ ਦੀਆਂ ਨਹੀਂ, ਵੀ ਸਰਕਾਰ ਨੇ ਐਮਪੀਆਂ ਦੀਆਂ ਵੋਟਾਂ ਮੇਰੇ ਹੱਕ 'ਚ ਪਵਾਤੀਆਂ, ਜਾਂ ਐਮਐਲਏਆਂ ਦੀਆਂ ਪਵਾਤੀਆਂ, ਜਾਂ ਸਰਪੰਚਾਂ ਦੀਆਂ ਪਵਾਤੀਆਂ। ਇਹ ਤਾਂ ਉਹੀ ਮੈਂਬਰ ਸੀਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹੜੇ 2014 'ਚ ਨੋਮੀਨੇਟ ਕੀਤੇ ਸੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ। ਕਹਿਣ ਨੂੰ ਕੁਛ ਕਹੀ, ਇਹ ਤਾਂ ਕਹਿਣ ਨਾਲ ਕੁਛ ਨਹੀਂ ਹੁੰਦਾ। ਜਾਂਦੇ ਜਾਂਦੇ ਲਾਸਟ ਸਾਹਿਬ, ਦਾਦੂਵਾਲ ਸਾਹਿਬ, ਤੁਹਾਨੂੰ ਹੁਣ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਪਰਵਾਨੇ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਗਿਆ, ਮਾਸਟਰਮਾਈਂਡ ਦੱਸਿਆ ਗਿਆ, ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ? ਬਿਲਕੁਲ ਗਲਤ ਗੱਲ ਆ। ਦੇਖੋ ਮਾਸਟਰਮਾਈਂਡ ਦਾ ਜਿਹਨੇ ਉੱਥੇ ਮਾਰਚ ਕੱਢਣ ਦੀ ਗੱਲ ਕੀਤੀ ਸੀ, ਮਾਸਟਰਮਾਈਂਡ ਤਾਂ ਉਹ ਉਸ ਘਟਨਾ ਦਾ, ਸਿੱਖਾਂ ਨੇ ਤਾਂ ਵਿਰੋਧ ਕੀਤਾ। ਮੈਂ ਤਾਂ ਕਹਿੰਦਾ ਮੀਡੀਆ 'ਚ ਵੀ ਕਿਹਾ ਵੀ ਜਿਹੜਾ ਸਿੱਖ ਨੌਜਵਾਨਾਂ ਦੇ ਕੇਸ ਪਾਏ ਆ ਬਿਨਾਂ ਮਤਲਬ ਹੈ, ਸਰਕਾਰ ਨੂੰ ਤੁਰੰਤ ਵਾਪਸ ਲੈਣੇ ਚਾਹੀਦੇ ਆ। ਜਿਹੜੀ ਪੰਜਾਬ ਸਰਕਾਰ ਹੈ ਭਗਵੰਤ ਸਿੰਘ ਮਾਨ, ਉਹਨੂੰ ਚਾਹੀਦਾ ਕਿ ਇਹੋ ਜਿਹੀ ਗੱਲ ਜਿਹੜੀ ਬਿਲਕੁਲ ਨਾ ਕਰੇ ਕਿ ਜਿਹਦੇ ਨਾਲ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਹੋਣ। ਨਾਲ ਹੀ ਉਹਨੇ ਜੇ ਚੰਗੀ ਗੱਲ ਕੀਤੀ ਹੈ ਕਿ ਜਿਹੜੇ ਸਿੱਖ ਇਤਿਹਾਸ 'ਚ ਮਿਲਾਵਟਾਂ ਕਰਕੇ ਤੇ ਕਿਤਾਬਾਂ ਲਾਈਆਂ ਗਈਆਂ ਸੀ ਉਹ ਰੱਦ ਕਰ ਦਿੱਤੀਆਂ, ਤੇ ਉਹਦੇ ਵਾਸਤੇ ਹੀ ਸ਼ਲਾਘਾ ਵੀ ਕੀਤੀ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਚੰਗਾ ਕੰਮ ਕੀਤਾ ਵਾ। ਜਿਹੜੇ ਕੰਮ ਸਾਡੇ ਨਹੀਂ ਕਰ ਸਕੇ, ਜਿਨ੍ਹਾਂ ਨੂੰ ਪੰਥ ਦੀਆਂ ਸਰਕਾਰਾਂ ਕਹਿੰਦੇ ਸੀ, ਉਹ ਨਹੀਂ ਇਹੋ ਜਿਹੀਆਂ ਚੀਜ਼ਾਂ ਰੱਦ ਕਰ ਸਕੇ, ਤਾਂ ਉਹਨੇ ਜਿਹੜਾ ਮੁੱਖ ਮੰਤਰੀ ਨੇ ਉਹ ਰੱਦ ਕਰਤਾ। ਜਿਹੜਾ ਕਿ ਮਿਲਾਵਟ ਵਾਲੇ ਇਤਿਹਾਸ ਦੇ ਵਿੱਚ ਛੇੜਛਾੜ ਕਰਕੇ ਤੇ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ, ਉਹ ਪਾਬੰਦੀ ਲਾ ਦਿੱਤੀ। ਸ਼ਲਾਘਾ ਜੋ ਕੰਮ। ਬਾਕੀ ਜਿਹੜਾ ਮਾਸਟਰ ਮਾਈਂਡ ਆ ਇਹਦੇ ਵਿੱਚ ਪਟਿਆਲਾ ਕਾਂਡ 'ਚ, ਉਹ ਤਾਂ ਉਹੀ ਸੀਗਾ ਜਿਹਨੂੰ ਉਹਦੇ ਮੰਦਰ ਕਮੇਟੀ ਨੇ ਵੀ ਕੁੱਟਿਆ, ਤੇ ਜਿਹੜੀ ਉਹ ਪਾਰਟੀ ਦਾ ਨਾਂ ਲੈਂਦਾ ਸੀ ਉਹਨਾਂ ਨੇ ਵੀ ਕੱਢਤਾ ਜੀ। ਜਿਹੜਾ ਪਿਛਲੇ ਦਿਨ ਰਣਜੀਤ ਸਿੰਘ ਢੱਡਰੀ ਵਾਲੇ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜਿਹੜੇ ਪੰਥਕ ਆਗੂ ਕਹਾਉਂਦੇ ਨੇ ਉਹ ਅਸੀਂ ਪਰਮੇਸ਼ਰ ਦੁਆਰ ਤੋਂ ਆਵਾਂਗੇ, ਤੇ ਉਹ ਜਿਹੜੀਆਂ ਹੈਗੀਆਂ ਨੇ ਬਖਸ਼ਾਂ ਲੈ ਕੇ ਸ਼੍ਰੀ ਅਕਾਲ ਤਖਤ ਤੋਂ, ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਵੇਖਦੇ? ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਇਹ ਤਾਂ ਐਵੇਂ ਮੰਦਭਾਗੀਆਂ, ਤੇ ਮੈਂ ਸਮਝਦਾ ਵਾਂ ਕਿ ਬਹੁਤ ਹੀ ਮਾੜੀਆਂ ਗੱਲਾਂ ਨੇ ਜਿਹੜੀਆਂ ਇਹ ਰਣਜੀਤ ਸਿੰਘ ਨੇ ਕਹੀਆਂ ਵੀ ਬਖਸ਼ਿਸ਼ਾਂ ਜੇ ਅਕਾਲ ਤਖਤ ਤੋਂ ਜਾਂ ਹਰਿਮੰਦਰ ਸਾਹਿਬ ਤੋਂ ਲੈ ਕੇ ਆਓ, ਮੈਂ ਪਰਮੇਸ਼ਰ ਦੁਆਰ ਤੋਂ ਆਊਂਗਾ, ਇਕੱਠ ਕਰ ਲਓ ਮੇਰੇ ਬਰਾਬਰ। ਇਹੋ ਜਿਹੀਆਂ ਗੱਲਾਂ, ਇਕੱਠ ਤਾਂ ਰੰਗ ਤਮਾਸ਼ਿਆਂ ਦੇ ਬੜਾ ਹੋ ਜਾਂਦਾ। ਇਕੱਠ ਤਾਂ ਇੱਥੇ ਤੁਸੀਂ ਬਾਂਦਰ ਬਾਂਦਰੀ ਦਾ ਵਿਆਹ ਲਾ ਲਓ, ਉੱਥੇ ਲੱਗ ਜੂਗਾ, ਮੇਲਾ ਲੱਗ ਜੂਗਾ, ਹੋਰ ਕੋਈ ਕਿਸੇ ਤਰ੍ਹਾਂ ਦੀ ਸ਼ਰਕਸ ਲਾ ਲਓ, ਉਹਦੇ ਤੇ ਇਕੱਠ। ਗੱਲ ਇਕੱਠ ਦੀ ਨਹੀਂ ਹੈ।
ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਤੁਲਨਾ ਕਿਤੇ ਨਹੀਂ ਹੋ ਸਕਦੀ। ਗੁਰੂ ਘਰ ਸਾਰੇ ਹੀ ਸਤਿਕਾਰਯੋਗ ਸਨਮਾਨਯੋਗ ਆ, ਪਰ ਇਹੋ ਜਿਹੀਆਂ ਹਉਮੈ ਹੰਕਾਰ ਦੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਇਹ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਹਨੇ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਦਾਦੂਵਾਲ ਸਾਹਿਬ, ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ। ਪ੍ਰੋਗਰਾਮ ਵਿਚਾਰ ਤਕਰਾਰ ਦੇ ਤਹਿਤ ਅਸੀਂ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਵਾਂਗੇ। ਤੁਸੀਂ ਜੁੜੇ ਰਹੋ ਲੋਕ ਓਪੀਨੀਅਨ ਜਾਣੀ ਕਿ ਲੋਕ ਰਾਏ ਟੀਵੀ ਦੇ ਨਾਲ। ਕੈਮਰਾਮੈਨ ਸੰਦੀਪ ਦੇ ਨਾਲ ਪਰਮਿੰਦਰ ਸਿੰਘ, ਧੰਨਵਾਦ।